ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਜੀ। ਮੈਂ ਜੋਗਰਾਜ ਸਿੰਘ ਕਾਲੋਂ ਪ੍ਰੋਗਰਾਮ ਪ੍ਰਾਈਮ ਚਰਚਾ ਲੈ ਕੇ ਹਾਜ਼ਰ ਹਾਂ। ਅਸੀਂ ਇੱਕ ਪਿਛਲੇ 3 ਹਫ਼ਤਿਆਂ ਤੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਨ ਦੇ ਉੱਤੇ ਉਹਨਾਂ ਦੇ ਜਿਹੜੇ ਜੀਵਨ ਦੀ ਸ਼ਤਾਬਦੀ ਉਹਦੇ ਬਾਰੇ ਸਾਰੀ ਗੱਲਬਾਤ ਕਿ ਕਿਵੇਂ ਉਹਨਾਂ ਨੇ ਜੰਗਾਂ ਲੜੀਆਂ, ਸੋ ਉਹਨਾਂ ਦੇ ਜੀਵਨ ਦੇ ਆਧਾਰ 'ਤੇ ਵਿਸ਼ੇਸ਼ ਪ੍ਰੋਗਰਾਮ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ। ਸੋ ਅੱਜ ਉਸੇ ਦਾ ਹੀ ਚੌਥਾ ਹਿੱਸਾ ਅਸੀਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਜਿੱਥੇ ਅਸੀਂ ਪਿਛਲੇ ਦਿਨੀ ਛੱਡੀ ਸੀਗੀ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਇੱਥੋਂ ਸ਼ੁਰੂ ਕਰਾਂਗੇ। ਪਰ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਮਨਮੋਹਨ ਸਿੰਘ ਸਮਰਾ ਜੀ ਹੋਣਾ ਦਾ। ਸਮਰਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਰਾ ਸਾਹਿਬ, ਅਸੀਂ ਅੱਜ ਸਾਡਾ ਅੱਗੇ ਪ੍ਰੋਗਰਾਮ ਦੀ ਅੱਗੇ ਸ਼ੁਰੂਆਤ ਕਰੀ ਜਿੱਥੋਂ ਪਿੱਛੇ ਛੱਡਿਆ ਸੀਗਾ। ਸੋ 10ਵੇਂ ਪਾਤਸ਼ਾਹ ਨੇ ਬੁੱਧੂ ਸ਼ਾਹ ਨੂੰ ਜਿਹੜਾ ਸਰੂਪਾ ਦੇਣ ਦੀ ਗੱਲ ਕੀਤੀ ਸੀ ਤੇ ਅੱਗੋਂ ਬੁੱਧੂ ਸ਼ਾਹ ਹੋਣਾ ਨੇ ਕਿਹਾ ਵੀ ਨਹੀਂ ਜੀ, ਮੈਨੂੰ ਤੁਸੀਂ ਆਪਣਾ ਜਿਹੜਾ ਕੇਸਾਂ ਨਾਲ ਜਿਹੜੇ ਕੰਘੇ ਨਾਲ ਤੁਸੀਂ ਕੇਸ ਵਾਹੁੰਦੇ ਹੋ, ਕੰਘਾ ਤੇ ਨਾਲ ਕੇਸ ਮੰਗੇ ਉਹਨਾਂ ਨੇ। ਸੋ ਅਸੀਂ ਉੱਥੋਂ ਤੁਸੀਂ ਗੱਲਬਾਤ ਦੱਸਦੇ ਸੀ ਪਿਛਲੇ ਪ੍ਰੋਗਰਾਮ 'ਚ ਅਸੀਂ ਇੱਥੇ ਸਮਾਪਤ ਕੀਤਾ ਸੀ। ਮੈਂ ਚਾਹੁੰਦਾ ਸੀ ਉਹਦੀ ਪਿੱਠ ਭੂਮਿਕਾ ਕੀ ਸੀ, ਉਸ ਸਮੇਂ ਦੇ ਕੀ ਹਾਲਾਤ ਸਨ, ਉੱਥੋਂ ਆਪਾਂ ਸ਼ੁਰੂਆਤ ਅੱਜ ਦੀ ਗੱਲਬਾਤ ਦੀ ਕਰੀਏ ਜੀ। ਆਪਾਂ ਪੀਰ ਬੁੱਧੂ ਸ਼ਾਹ ਦੀ ਗੱਲ ਕਰਦੇ ਸੀ। ਪੀਰ ਬਦਰੂਦੀਨ ਕਹਿੰਦੇ ਉਹਨਾਂ ਦਾ ਪੂਰਾ ਨਾਂ ਸੀਗਾ। ਤਾਂ ਜਦੋਂ ਉਹ ਜੰਗ ਲੜੇ, 2 ਪੁੱਤ ਸ਼ਹੀਦ ਹੋ ਗਏ, 400 ਉਹਨਾਂ ਦੇ ਚੇਲੇ ਸ਼ਹੀਦ ਹੋ ਗਏ। ਤੇ ਜਦੋਂ ਜੰਗ ਦੀ ਸਮਾਪਤੀ ਹੋਈ ਤਾਂ ਗੁਰੂ ਸਾਹਿਬ ਤੋਂ ਆਗਿਆ ਲੈ ਕੇ ਘਰ ਜਾਣ ਲੱਗੇ ਸੀ ਤਾਂ ਗੁਰੂ ਸਾਹਿਬ ਨੇ ਕਿਹਾ ਪੀਰ ਜੀ ਰੁਕ ਜਾਓ, ਤੁਹਾਨੂੰ ਸਰੋਪਾ ਦੇ ਕੇ ਤੁਰਾਂਗੇ। ਉਹ ਕਹਿੰਦੇ ਸਰੋਪੇ ਦੇ ਮੈਂ ਲਾਇਕ ਨਹੀਂ। ਮਤਲਬ 400 ਚੇਲਾ ਸ਼ਹੀਦ ਕਰਾ ਲਿਆ, 2 ਪੁੱਤ ਸ਼ਹੀਦ ਕਰਾ ਲਏ ਜੀ, ਪਰ ਉਹ ਸਰੋਪਾ ਲੈਣ ਤੋਂ ਹਲੇ ਨਾ ਕਰ ਰਹੇ ਆ। ਕਹਿੰਦੇ ਮੈਂ ਇਹਦੇ ਕਾਬਲ ਨਹੀਂ ਤੁਹਾਡੇ ਉੱਥੋਂ ਸਰੋਪਾ ਲੈਣ ਦੇ। ਤਾਂ ਮਹਾਰਾਜ ਕਹਿੰਦੇ ਖਾਲੀ ਹੱਥ ਅਸੀਂ ਤੈਨੂੰ ਭੇਜਣਾ ਨਹੀਂ। ਤਾਂ ਉਸ ਵੇਲੇ ਗੁਰੂ ਪਾਤਸ਼ਾਹ ਕੰਘਾ ਕਰ ਰਹੇ ਸੀ ਕੇਸਾਂ ਨੂੰ ਜੀ। ਤਾਂ ਉਹਨਾਂ ਦੇ ਕੰਘੇ ਦੇ ਵਿੱਚ ਕੁਛ ਕੇਸ ਜਿਹੜੇ ਟੁੱਟ ਜਾਂਦੇ ਆ ਉਹ ਸੀਗੇ। ਤਾਂ ਪੀਰ ਜੀ ਨੇ ਕਿਹਾ ਜੀ ਜੇ ਦਿਆਲਤਾ ਦੇ ਘਰ 'ਚ ਆਏ ਹੋ ਤਾਂ ਮੈਨੂੰ ਕੰਘਾ ਕੇਸਾਂ ਸਮੇਤ ਦੇ ਦਿਓ। ਹੁਣ ਅੱਜ ਅਸੀਂ ਨਿਗਾਹ ਮਾਰੀਏ ਕਿ ਕੰਘੇ ਤੇ ਕੇਸਾਂ ਦੀ ਕਿੱਡੀ ਮਹਾਨਤਾ ਸੀਗੀ ਜੀ। ਨਹੀਂ ਭਾਵੇਂ ਕਿ 5 ਕਕਾਰਾਂ ਦੀ ਗੱਲ ਉਹ ਤੋਂ ਬਾਅਦ 'ਚ ਆਈ ਆ। ਇਹ ਲੜਾਈ ਆ ਜਿਹੜੀ ਭੰਗਾਣੀ ਦੀ, ਇਹ ਅੰਮ੍ਰਿਤ ਛਕਾਉਣ ਦੀ ਘਟਨਾ ਤੋਂ ਪਹਿਲਾਂ ਹੋ ਚੁੱਕੀ ਹੈ। ਠੀਕ ਹੈ ਜੀ। ਪਰ ਪੀਰ ਬੁੱਧੂ ਸ਼ਾਹ ਦੀ ਸੋਚ ਕਿੱਥੇ ਹੋਊਗੀ? ਉਹਨਾਂ ਨੇ 5 ਦੇ ਵਿੱਚੋਂ 2 ਕਕਾਰ ਗੁਰੂ ਸਾਹਿਬ ਦੇ ਆਪਣੇ ਨਿੱਜੀ ਉਹ ਮੰਗ ਲਏ, ਕੇਸ ਤੇ ਕੰਘਾ ਉਹ ਲੈ ਕੇ ਘਰ ਚਲੇ ਗਏ। ਅੱਜ ਅਸੀਂ ਦੇਖੇ ਕਿ ਅਸੀਂ ਕੇਸਾਂ ਦਾ ਤੇ ਕੰਘੇ ਦਾ ਕਿੰਨਾ ਕੁ ਸਤਿਕਾਰ ਕਰਦੇ ਹਾਂ। ਕਿੰਨੇ ਕੁ ਸਿੱਖ ਆ ਜਿਹੜੇ ਕੰਘਾ ਰੱਖਦੇ ਆ ਕੇਸਾਂ ਦੇ ਵਿੱਚ, ਤੇ ਕਿੰਨੇ ਕੁ ਸਿੱਖ ਆ ਜਿਹੜੇ ਕੇਸ ਰੱਖਦੇ ਆ ਜਾਂ ਕੇਸਾਂ ਨੂੰ ਅਸੀਂ ਬਾਅਦ ਦੇ ਵਿੱਚ ਕੰਘਾ ਕਰਕੇ ਕਿੱਥੇ ਸਿੱਟਦੇ ਹਾਂ ਜੀ। ਇੱਥੋਂ ਤੱਕ ਵੀ ਪੁਰਾਤਨ ਸਿੱਖਾਂ ਦੇ ਵਿੱਚ ਰਵਾਇਤ ਰਹੀ ਆ ਕਿ ਕੇਸ ਪੈਰਾਂ 'ਚ ਨਾ ਰੋਲਣ, ਇਹਨਾਂ ਦੇ ਵਿੱਚ ਗੁਰੂ ਸਾਹਿਬ ਨੇ ਅੰਮ੍ਰਿਤ ਪਾਇਆ ਜੀ। ਸੋ ਪੀਰ ਬੁੱਧੂ ਸ਼ਾਹ ਇਜਾਜ਼ਤ ਲੈ ਕੇ ਕੇਸ ਤੇ ਕੰਘਾ ਲੈ ਕੇ ਘਰ ਜਾਂਦਾ। ਉਹਨਾਂ ਦੀ ਵਾਈਫ ਨਸੀਰਾਂ ਜਿਹੜੀ ਉਹ ਪੁੱਛਦੀ ਹੈ ਵੀ ਤੁਸੀਂ ਲੜਾਈ ਜਿੱਤ ਕੇ ਆਏ ਹੋ, ਗੁਰੂ ਸਾਹਿਬ ਨੇ ਕੀ ਗਿਫਟ ਦਿੱਤੀ ਹੈ? ਤਾਂ ਦਿਖਾਉਂਦੇ ਆ ਤੇ ਨਾਲ ਦੱਸਦੇ ਆ ਕਿ ਤੇਰੇ 2 ਪੁੱਤ ਸ਼ਹੀਦ ਹੋ ਗਏ ਇਸ ਲੜਾਈ ਦੇ ਵਿੱਚ। ਦੂਸਰੇ ਧਰਮ ਦਾ ਹੋਣ ਦੇ ਬਾਵਜੂਦ ਉਸ ਔਰਤ ਦੇ ਜਜ਼ਬਾਤ ਕੀ ਹੋਣਗੇ ਅਸੀਂ ਅੱਜ ਦੇਖੀਏ। ਸਾਡੀਆਂ ਮਾਵਾਂ, ਅੱਜ ਦੀਆਂ ਮਾਡਰਨ ਮਾਵਾਂ ਨੇ ਜਿਹੜੀਆਂ, ਉਹ ਸਿੱਖੀ ਪ੍ਰਤੀ ਕੀ ਨਜ਼ਰੀਆ ਰੱਖਦੀਆਂ ਨੇ। ਤਾਂ ਨਸੀਰਾਂ ਕਹਿੰਦੀ ਆ ਕਿ ਗੁਰੂ ਸਾਹਿਬ ਨੇ 2 ਹੀ ਪੁੱਤ ਪ੍ਰਵਾਨ ਕੀਤੇ ਮੇਰੇ। ਇੱਥੋਂ ਤੱਕ ਇਤਿਹਾਸਕਾਰਾਂ ਨੇ ਲਿਖਿਆ ਹੈਗਾ ਕਿ ਉਹਨਾਂ ਦੇ ਵਿੱਚ ਇੰਨੀ ਲਗਨ, ਇੰਨਾ ਪਿਆਰ ਸੀ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਜੇ ਕਿਸੇ ਨੂੰ ਆਪਾਂ ਤਾਂ ਦੋਸਤ ਯਾਰ ਕਿਹਾ ਤਾਂ ਪੀਰ ਬੁੱਧੂ ਸ਼ਾਹ ਨੂੰ ਕਿਹਾ ਆਪਣੀ ਲਾਈਫ ਦੇ ਵਿੱਚ। ਤੇ ਭਾਈ ਨੰਦ ਲਾਲ ਜੀ ਨੇ ਲਿਖਿਆ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਕਿ ਗਰੀਬਾਂ ਦੇ ਯਾਰ ਸੀਗੇ ਉਹ। ਹੁਣ ਪੀਰ ਬੁੱਧੂ ਸ਼ਾਹ ਗੁਰੂ ਸਾਹਿਬ ਦੀ ਉਸ ਲੜਾਈ ਤੋਂ ਬਾਅਦ ਉਸਮਾਨ ਖਾਨ ਉੱਥੇ ਦਾ ਜਿਹੜਾ ਫੌਜਦਾਰ ਸੀ, ਉਹਨੇ ਫਿਰ ਦਿੱਲੀ ਦੇ ਹੁਕਮਾਂ 'ਤੇ ਪੀਰ ਬੁੱਧੂ ਸ਼ਾਹ ਨੂੰ ਬਹੁਤ ਹੀ ਘਿਨਾਉਣੇ ਤਰੀਕੇ ਨਾਲ ਮਾਰਿਆ, ਸ਼ਹੀਦ ਕੀਤਾ ਕਹਿ ਲਓ। ਅੱਛਾ। ਤਾਂ ਉਹਨਾਂ ਨੂੰ ਧਰਤੀ ਦੇ ਵਿੱਚ ਗੱਡ ਕੇ ਉਹਨਾਂ ਦੇ ਉੱਤੇ ਦਹੀਂ ਤੇ ਗੁੜ ਪਾ ਕੇ ਕੁੱਤੇ ਛੱਡਤੇ। ਬਹੁਤ ਘਿਨਾਉਣੀ ਮੌਤ ਸੀ। ਹੁਣ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਢੌਰੇ ਬਾਰੇ ਗੁਰੂ ਸਾਹਿਬ ਨੇ ਸਪੈਸ਼ਲ ਭੇਜਿਆ ਸੀ ਜੀ ਕਿ ਸਢੌਰੇ ਜਾਣਾ ਜੀ, ਤੇ ਉੱਥੇ ਪੀਰ ਬੁੱਧੂ ਸ਼ਾਹ ਦੀ ਆਤਮਾ ਜਿਹੜੀ ਉਡੀਕਦੀ ਆ। ਤਾਂ ਬਾਬਾ ਬੰਦਾ ਸਿੰਘ ਬਹਾਦਰ ਜਿਸ ਦਿਨ ਸਢੌਰੇ ਗਏ, ਇਤਿਹਾਸ ਨੇ ਲਿਖਿਆ ਕਿ ਉਹਨਾਂ ਨੇ ਜਿਹੜੀ ਅਰਦਾਸ ਕੀਤੀ ਸਵੇਰ ਨੂੰ, ਉਹਦੇ 'ਚ ਕਿਹਾ ਗੁਰੂ ਮਹਾਰਾਜ ਜੇ ਮੇਰੀ ਹਾਰ ਹੋਣੀ ਹੋਵੇ ਹੋਰ ਕਿਤੇ ਮਰਜ਼ੀ ਹੋ ਜਾਵੇ, ਪਰ ਅੱਜ ਜਿੱਤ ਮੇਰੇ ਪੱਲੇ ਪਵੇ। ਅੱਛਾ। ਅੱਜ ਉਸਮਾਨ ਖਾਨ ਨੂੰ ਮੈਂ ਖਤਮ ਕਰਕੇ ਆਵਾਂ। ਤਾਂ ਸਢੌਰੇ 'ਤੇ ਹਮਲਾ ਹੋ ਜਾਂਦਾ ਜੀ। ਹਮਲਾ ਕੀਤਾ ਤਾਂ ਜਿਹੜੇ ਲੋਕ ਕਾਮੀ ਹੁੰਦੇ ਆ, ਵਿਭਚਾਰੀ ਹੁੰਦੇ ਆ, ਉਹ ਲੜਾਈਆਂ ਲੜਨ ਜੋਗੇ ਹੁੰਦੇ ਨਹੀਂ। ਅਤਿਆਚਾਰ ਤਾਂ ਕਰ ਲੈਂਦੇ ਆ, ਪਾਪ ਤਾਂ ਕਰ ਸਕਦੇ ਆ, ਪਰ ਲੜ ਨਹੀਂ ਸਕਦੇ ਜੀ। ਤਾਂ ਪਹਿਲੇ ਹਮਲੇ ਦੇ ਵਿੱਚ ਹੀ ਜਿਹੜਾ ਉਸਮਾਨ ਖਾਨ ਸੀਗਾ, ਉਹਨੇ ਆਪਣੇ ਆਪ ਨੂੰ ਕਿਲੇ ਦੇ ਵਿੱਚ ਬੰਦ ਕਰ ਲਿਆ
ਜਿਹੜੀ ਉਹਦੀ ਹਵੇਲੀ ਸੀਗੀ। ਤੇ ਜਦੋਂ ਆਪ ਅੰਦਰ ਚਲੇ ਗਿਆ ਫੌਜਾਂ ਭੱਜ ਗਈਆਂ ਤੇ ਬਾਬਾ ਬੰਦਾ ਸਿੰਘ ਬਹਾਦਰ ਘੇਰਾ ਪਾ ਕੇ ਬਹਿ ਗਏ। ਕਹਿੰਦੇ ਵੀ ਇਹਨੂੰ ਜਿਉਂਦਾ ਛੱਡਣਾ ਨਹੀਂ। ਬਾਹਰੋਂ ਅਨਾਉਂਸਮੈਂਟਾਂ ਹੋਈਆਂ, ਉਹ ਨਹੀਂ ਨਿਕਲਿਆ। ਤਾਂ ਪੀਰ ਬੁੱਧੂ ਸ਼ਾਹ ਦੇ ਪਰਿਵਾਰ ਦੇ ਵਿੱਚੋਂ ਕਿਸੇ ਬੰਦੇ ਨੇ, ਉਹਨੂੰ ਪਤਾ ਸੀ ਕਿਲੇ ਦਾ ਦਰਵਾਜ਼ਾ ਕਿਸੇ ਤਰ੍ਹਾਂ ਖੁਲਾ ਲਿਆ ਤੇ ਸਿੰਘ ਫੌਜ ਜਿਹੜੀ ਸੀ ਅੰਦਰ ਵੜ ਗਈ। ਉਸਮਾਨ ਖਾਨ ਨੂੰ ਫੜ ਲਿਆ। ਉਹਦੇ ਜ਼ੁਲਮਾਂ ਤੋਂ ਇਲਾਕਾ ਦੁਖੀ ਸੀ ਤੇ ਉਹਨੂੰ ਫਿਰ ਜਿਹੋ ਜਿਹੀ ਮੌਤ ਉਹਨੇ ਪੀਰ ਬੁੱਧੂ ਸ਼ਾਹ ਨੂੰ ਦਿੱਤੀ ਸੀ ਜੀ, ਉਹੋ ਜਿਹੀ ਮੌਤ ਦਿੱਤੀ ਆ। ਕਈ ਇਤਿਹਾਸਕਾਰਾਂ ਨੇ ਲਿਖਿਆ ਕਿ ਉਹਨੂੰ ਜੰਡ ਦੇ ਦਰਖਤ ਨਾਲ ਬੰਨ੍ਹ ਕੇ ਪੁੱਠਾ ਲਟਕਾ ਕੇ ਅੱਗ ਲਾ ਦਿੱਤੀ। ਅੱਛਾ। ਤੇ ਬਹੁਤ ਮਤਲਬ ਘਿਨਾਉਣੀ ਮੌਤ ਸੀਗੀ ਜਿਹੜੀ ਉਹਦੇ ਹਿੱਸੇ ਆਈ। ਇਹ ਇੱਕ ਤੇ ਚਲੋ ਜਿਹੜਾ ਉਹ ਅਤਿਆਚਾਰ ਕਰਦਾ ਸੀ ਲੋਕਾਂ 'ਚ ਉਹਦੀ ਸਜ਼ਾ, ਪਰ ਇਹਦਾ ਜਿਹੜਾ ਨਾਲ ਉਹਨੇ ਬੁੱਧੂ ਸ਼ਾਹ ਨੂੰ ਸ਼ਹੀਦ ਕੀਤਾ ਉਹਦਾ ਵੀ ਇੱਕ ਵੱਡਾ ਜਿਹੜਾ ਰੋਲ ਹੋਣਾ ਵਿੱਚ, ਕਿਉਂਕਿ 10ਵੇਂ ਪਾਤਸ਼ਾਹ ਦਾ ਇੱਕ ਜਿਵੇਂ ਤੁਸੀਂ ਦੱਸਿਆ ਵੀ ਮਿੱਤਰ ਕਿਹਾ ਸੀਗਾ ਉਹਨਾਂ ਨੇ, ਸੋ ਉਹੀ ਵਜ੍ਹਾ ਸੀ ਉਹਦੇ ਕਾਰਨ ਹੀ ਮੇਰੇ ਖਿਆਲ ਅਰਦਾਸ ਜਿਹੜੀ ਕਰਕੇ ਬਾਬਾ ਬੰਦਾ ਸਿੰਘ ਬਹਾਦਰ। ਬਿਲਕੁਲ ਜੀ। ਹੁਣ ਜਿਹੜਾ ਪੀਰ ਬੁੱਧੂ ਸ਼ਾਹ ਦਾ ਪਰਿਵਾਰ ਆ ਜੀ, ਉਹਦੇ ਜਿਹੜੇ 2 ਪੁੱਤ ਸੀਗੇ ਉਹਨਾਂ ਦੀ ਗਾਹਾਂ ਅੰਸ ਬੰਸ, ਉਹ ਕੰਗਾ ਤੇ ਕੇਸ ਹਲੇ ਹੈਗੇ ਆ ਜੀ। ਮੇਰੇ ਖਿਆਲ 90 ਦੇ ਵਿੱਚ ਉਹ ਇੱਕ ਗੁਰੂ ਘਰ ਦੇ ਵਿੱਚ ਸੀਗੇ। ਹੁਣ ਮੈਨੂੰ ਲੇਟਲੀ ਨਹੀਂ ਪਤਾ, ਪਰ ਉਹ ਸੁਰੱਖਿਅਤ ਨੇ ਹਲੇ ਤੱਕ। ਉਹਨਾਂ ਦਾ ਪਰਿਵਾਰ ਅਮਰੀਕਾ ਦੇ ਵਿੱਚ LA ਸ਼ਾਇਦ ਰਹਿ ਰਿਹਾ, ਜਿਹੜਾ ਉਹਨਾਂ ਦੀ ਗਾਹਾਂ ਅੰਸ ਬੰਸ ਹੈਗੇ ਆ ਪੀਰ ਬੁੱਧੂ ਸ਼ਾਹ ਦੀ। ਸੋ ਆਪਾਂ ਇੱਥੋਂ ਕਹਾਣੀ ਨੂੰ ਅੱਗੇ ਲੈ ਕੇ ਚੱਲੀ ਕਿ ਉਸਮਾਨ ਖਾਨ ਦਾ ਉੱਥੇ ਅੰਤ ਹੋ ਗਿਆ। ਅੱਛਾ। ਤੇ ਉਸ ਤੋਂ ਉੱਥੇ ਵੀ ਆਪਣਾ ਰਾਜ ਉਹਨਾਂ ਨਾਲ ਬਿਲਕੁਲ ਜੀ। ਸਧੌਰਾ ਬਹੁਤ ਵੱਡੀ ਮਤਲਬ ਪਰਗਣਾ ਸੀਗਾ। ਅੱਛਾ। ਇਹ ਪੈਂਦਾ ਕਿੱਥੇ ਜੀ ਸਧੌਰਾ? ਵੈਸੇ ਇਹ ਸਧੌਰਾ ਜੀ ਆਪਣੇ ਬਿਲਕੁਲ ਜਿੱਥੇ ਅਗਲੀ ਸੱਖ ਆਊਗੀ ਮੁਖਲਸਗੜ੍ਹ ਹੈਗਾ, ਹਾਂਜੀ, ਥੋੜੇ ਪਹਾੜੀ ਸਾਈਡ, ਅੰਬਾਲੇ ਤੋਂ ਹਟ ਕੇ। ਠੀਕ ਹੈ ਜੀ। ਕਿਉਂਕਿ ਜਿਹੜੀ ਜੰਗ ਹੋਈ ਹੈ ਭੰਗਾਣੀ ਦਾ ਯੁੱਧ, ਉਹ ਵੀ ਅੰਬਾਲੇ ਤੋਂ ਪੌਂਟਾ ਸਾਹਿਬ ਦੇ ਵਿੱਚ ਹੋਈ ਆ। ਓਕੇ। ਉੱਥੇ ਉਸ ਇਲਾਕੇ 'ਚ ਥੋੜ੍ਹੀ ਜਿਹੀ ਪਹਾੜੀ ਆ, ਥੋੜ੍ਹਾ ਜਿਹਾ ਪੱਧਰਾ ਏਰੀਆ। ਹਾਂਜੀ। ਹੁਣ ਉੱਥੇ ਕੀ ਹੋਇਆ ਜੀ, ਬਾਬਾ ਬੰਦਾ ਸਿੰਘ ਬਹਾਦਰ ਉੱਥੇ ਰੁਕੇ ਜੀ। ਉਹਨਾਂ ਨੇ ਉੱਥੇ ਇੱਕ ਸਿੰਘ ਨੂੰ ਉੱਥੋਂ ਦਾ ਫੌਜਦਾਰ ਬਣਾਇਆ ਤੇ ਸਾਰਾ ਪ੍ਰਬੰਧ ਜਿਹੜਾ ਸੀ ਉਹ ਦੇਣਾ ਸੀ। ਤੇ ਨਾਲ ਦੀ ਨਾਲ ਉੱਥੇ ਇੱਕ ਹੋਰ ਘਟਨਾ ਵਾਪਰੀ ਬੜੀ ਪਿਆਰੀ। ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਵੀ ਵਜੀਦ ਖਾਨ ਨੂੰ ਥੋੜ੍ਹਾ ਜਿਹਾ ਪਤਾ ਲੱਗ ਜੇ ਮੈਂ ਆ ਗਿਆ। ਹੁਣ ਇਹ ਇੱਕ ਯੁੱਧ ਨੀਤੀ ਦਾ ਤਰੀਕਾ ਸੀਗਾ ਕਿ ਸਿੱਧਾ ਜਾ ਕੇ ਉਹਦੇ ਨਾਲ ਨਹੀਂ ਲੜਨਾ, ਪਹਿਲਾਂ ਆਲੇ ਦੁਆਲੇ ਲੜਾਈ ਕਰਨੀ ਆ, ਉਹਦੇ ਮਨ ਤੇ ਇੱਕ ਪ੍ਰਭਾਵ ਵੀ ਕ੍ਰੀਏਟ ਕਰਨਾ ਕਿ ਇਹ ਵੱਧਦੇ ਆ ਰਹੇ ਨੇ, ਇਹ ਹੁਣ ਮੇਰੀ ਜਾਨ ਨੂੰ ਖਤਰਾ ਹੋ ਗਿਆ। ਅੱਛਾ। ਇੱਥੇ ਆ ਕੇ ਉਹਨਾਂ ਹੁਣ ਉਹ ਨੀਤੀ ਖੇਡਣ ਦੀ, ਉਹ ਨੀਤੀ ਵਰਤਣ ਦੀ ਕੋਸ਼ਿਸ਼ ਕੀਤੀ। ਬਿਲਕੁਲ। ਹੁਣ ਉੱਥੇ ਕਿਹਾ ਤਾਂ ਉਹ 1 ਹਫ਼ਤਾ ਰਹੇ ਉੱਥੇ, ਸਾਰਾ ਪ੍ਰਬੰਧ ਦੱਸਿਆ ਕਿ ਅੱਜ ਤੋਂ ਬਾਅਦ ਜ਼ਮੀਨ ਹੈ ਜਿਹੜੀ ਇਹ ਕਿਸਾਨਾਂ ਦੀ ਹੋ ਗਈ, ਆਹ ਰੂਲ ਹੋਣਗੇ ਸਾਡੇ ਰਾਜ ਦੇ, ਹੈ ਨਾ। ਜਿਹਨੂੰ ਫੌਜਦਾਰ ਥਾਪਿਆ ਉਹਨੂੰ ਸਮਝਾਇਆ, ਕਿਉਂਕਿ ਉਹ ਸਾਰੇ ਆਮ ਲੋਕ ਸੀ, ਉਹ ਕੋਈ ਜਰਨੈਲ ਨਹੀਂ ਸੀ, ਫੌਜਾਂ ਦੇ ਟ੍ਰੇਨਡ ਜਰਨੈਲ ਸੀ, ਆਮ ਲੋਕ ਸੀ। ਉਹਨੂੰ ਦੱਸਣਾ ਸੀ ਕਿ ਕਿੱਦਾਂ ਦਾ ਰਾਜ ਪ੍ਰਬੰਧ ਦੇਣਾ। ਤਾਂ ਉੱਥੇ ਕੁਛ ਦਿਨ ਰੁਕੇ ਬਾਬਾ ਜੀ। ਹੁਣ ਸਾਰੀ ਫੌਜ ਉੱਥੇ ਰੁਕੀ ਆ, ਘੋੜੇ ਆ, ਉਹ ਘੋੜੇ ਚਾਰਨੇ ਛੱਡ ਲੈਂਦੇ ਆ। ਤਾਂ ਉੱਥੇ ਇੱਕ ਜਿਹੜੀ ਆਪਾਂ ਕਰਾਮਾਤੀ ਗੱਲਾਂ ਹੁੰਦੀਆਂ ਜੀ, ਉਹਦੀ ਆਪਾਂ ਥੋੜ੍ਹੀ ਜਿਹੀ ਗੱਲ ਵਿੱਚ ਕਰਦੇ ਹਾਂ। ਕਹਿੰਦੇ ਵੀ ਸਿੰਘ ਘੋੜਿਆਂ ਨੂੰ ਚਰਾ ਰਹੇ ਖੇਤਾਂ ਦੇ ਵਿੱਚ ਬਾਹਰ, ਤੇ ਇੱਕ ਬੰਦਾ ਰਾਹ 'ਤੇ ਤੁਰਿਆ ਜਾਂਦਾ, ਉਹਦੇ ਹੱਥ ਦੇ ਵਿੱਚ ਬਾਂਸ ਹੈ, ਇੱਕ ਡਾਂਗ ਆ, ਤੇ ਅਚਨਚੇਤ ਇੱਕ ਊਂਠ ਕਿਸੇ ਖੇਤ ਦੇ ਵਿੱਚ ਜਾ ਵੜਿਆ। ਖੇਤ ਦੇ ਮਾਲਕ ਨੇ ਤੁਰੇ ਜਾਂਦੇ ਬੰਦੇ ਤੋਂ ਡਾਂਗ ਖੋਹ ਕੇ ਊਂਠ ਨੂੰ ਖੇਤ 'ਚੋਂ ਕੱਢਣਾ ਚਾਹਿਆ, ਤੇ ਸਿੱਖ ਉੱਥੇ ਕੋਲੇ ਨੇ, ਘੋੜੇ ਚਰਾ ਰਹੇ ਆ, ਉਹਨਾਂ ਦਾ ਹੁਣ ਰਾਜ ਆ ਸਿੱਖਾਂ ਦਾ ਉੱਥੇ। ਅੱਛਾ ਜੀ। ਜਦੋਂ ਉਹ ਬੰਦੇ ਨੇ ਡਾਂਗ ਊਂਠ ਦੇ ਮਾਰੀ ਤਾਂ ਡਾਂਗ ਟੁੱਟ ਗਈ। ਸਿੱਖਾਂ ਦੇ ਦੇਖਦੇ ਉਹਨੇ ਅੱਖਾਂ ਦੇ ਸਾਹਮਣੇ। ਅੱਛਾ। ਉਹਦੇ ਵਿੱਚੋਂ ਇੱਕ ਪੇਪਰ ਡਿੱਗਿਆ ਥੱਲੇ, ਟੁੱਟੀ ਡਾਂਗ ਦੇ ਵਿੱਚੋਂ। ਉਹ ਸਿੱਖਾਂ ਨੇ ਚੱਕ ਲਿਆ। ਜਦੋਂ ਪੜ੍ਹਿਆ ਤਾਂ ਪਤਾ ਲੱਗਿਆ ਕਿ ਇਲਾਕੇ ਦੇ ਜਿਹੜੇ ਹੋਰ ਸਰਦਾਰ ਮਤਲਬ ਹੈਗੇ ਆ, ਉਸਮਾਨ ਖਾਨ ਦੇ ਦੋਸਤ ਮਿੱਤਰ ਅਹਿਲਕਾਰ, ਉਹਨਾਂ ਨੇ ਵਜੀਦ ਖਾਨ ਨੂੰ ਇੱਕ ਚਿੱਠੀ ਲਿਖੀ ਹੋਈ ਸੀ। ਅੱਛਾ। ਉਹ ਕਹਿੰਦੇ ਬੰਦਾ ਸਿੰਘ ਬਹਾਦਰ ਇੱਥੇ ਆਇਆ, ਇਹਨੇ ਉਸਮਾਨ ਖਾਨ ਨੂੰ ਮਾਰਤਾ, ਅਸੀਂ ਇਹਨੂੰ ਇੱਥੇ ਥੋੜ੍ਹੇ ਦਿਨ ਰੁਝਾ ਕੇ ਰੱਖਦੇ ਹਾਂ। ਅੱਛਾ। ਤੁਸੀਂ ਫੌਜਾਂ ਲੈ ਕੇ ਆ ਜਾਓ, ਇੱਥੇ ਇਹਦਾ ਕੰਮ ਕਰੋ। ਅੱਛਾ। ਹੁਣ ਉਹ ਚਿੱਠੀ ਸਿੱਖਾਂ ਨੇ ਲਿਆ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਦੇ ਦਿੱਤੀ, ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜੇ ਉਹ ਸੀਗੇ ਅਮੀਰਜ਼ਾਦੇ, ਉਹ ਇਕੱਠੇ ਕਰ ਲਏ। ਅੱਛਾ। ਉਹਨਾਂ ਨੂੰ ਇਕੱਠੇ ਕਰਕੇ ਕਹਿੰਦੇ ਵੀ ਜੇ ਕੋਈ ਵਧੀਆ ਰਾਜ ਪ੍ਰਬੰਧ ਦੇਵੇ, ਸਾਡੇ ਰਾਜ 'ਚ ਤੁਹਾਨੂੰ ਤਕਲੀਫ ਕੀ ਹੈ ਇਹ ਦੱਸੋ। ਕਹਿੰਦੇ ਕੋਈ ਤਕਲੀਫ ਨਹੀਂ। ਕਹਿੰਦੇ ਤੁਹਾਨੂੰ ਕੋਈ ਤੰਗੀ ਤੁਰਸੀ? ਕਹਿੰਦੇ ਕੁਛ ਨਹੀਂ ਜੀ। ਕਹਿੰਦੇ ਜੇ ਫਿਰ ਵੀ ਕੋਈ ਗਦਾਰੀ ਕਰੇ ਫਿਰ ਉਹਦੇ ਨਾਲ ਕੀ ਹੋਣਾ ਚਾਹੀਦਾ? ਕਹਿੰਦੇ ਜੀ ਫਿਰ ਸਜ਼ਾਏ ਮੌਤ ਹੋਣੀ ਚਾਹੀਦੀ ਆ। ਜਿਹੜਾ ਕਰੇ ਗੱਦਾਰੀ ਉਹਦੀ ਸਜ਼ਾਏ ਹੋਣੀ ਚਾਹੀਦੀ ਮੌਤ। ਹੁਣ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਗੱਦਾਰ ਖੜੇ ਨੇ, ਕੀ ਕੀਤਾ ਫਿਰ ਉਹਨਾਂ ਦਾ? ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਦੱਸੋ ਚਿੱਠੀ ਕਿਹਨੇ ਲਿਖੀ ਆ? ਹੁਣ ਕੋਈ ਮੰਨ ਨਹੀਂ ਰਿਹਾ। ਜਦੋਂ ਉਹ ਡਰ ਗਏ ਕਿ ਹੁਣ ਇਹ ਵੀ ਪਤਾ ਸੀਗਾ ਕਿ ਇੱਥੇ ਬਖਸ਼ਣ ਵਾਲੀ ਨਹੀਂ ਕੋਈ ਗੱਲ ਹੈਗੀ ਹੁਣ ਜੀ,
ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਇੱਥੇ ਨਾ ਰਾਜਨੀਤੀ ਖੇਡੀ। ਉਹ ਕਹਿੰਦੇ ਚਲੋ ਇਦਾਂ ਕਰੋ, ਜੀਤੋ ਗਲਤੀ ਹੋਈ ਆ ਉਹ ਬੰਦੇ ਜਾਓ, ਸਾਹਮਣੇ ਪੀਰ ਬੁੱਧ ਸ਼ਾਹ ਦੀ ਹਵੇਲੀ ਆ, ਉੱਥੇ ਚਲੇ ਜਾਓ। ਉੱਥੇ ਗਿਆ ਨੂੰ ਨਹੀਂ ਮੈਂ ਕੁਛ ਕਹਿੰਦਾ। ਅੱਛਾ। ਤਾਂ ਉਹ ਜਿਨ੍ਹਾਂ ਬੰਦੇ ਨੇ ਚਿੱਠੀ ਲਿਖੀ ਸੀ ਉਹ ਭੱਜ ਕੇ ਹਵੇਲੀ 'ਚ ਵੜ ਗਏ। ਫਿਗਰ ਆਊਟ ਹੋ ਗਏ ਵੀ ਜੇ 20 ਬੰਦੇ 10 ਬੰਦੇ ਸੀ ਉਹ 'ਚੋਂ 5 ਬੰਦੇ ਹਵੇਲੀ 'ਚ ਲੁਕ ਗਏ। ਤਾਂ ਹੁਣ ਕਹਾਣੀ ਆ ਗਈ ਵੀ ਆਹੀ ਬੰਦੇ ਨੇ, ਤੇ ਉਹਨਾਂ ਨੂੰ ਫਿਰ ਬਣਦੀ ਸਜ਼ਾ ਬਾਬਾ ਬੰਦਾ ਸਿੰਘ ਬਹਾਦਰ ਦੇ ਕੇ ਉੱਥੇ ਰਾਜ ਸਥਾਪਿਤ ਕਰਕੇ ਸਢੌਰਾ ਜਿੱਤ ਕੇ ਹੁਣ ਤੱਕ ਉਹਨਾਂ ਨੇ ਸਮਾਣਾ ਜਿੱਤ ਲਿਆ, ਕਪੂਰੀ ਜਿੱਤ ਲਈ ਆ, ਹੋਰ ਛੋਟੇ ਛੋਟੇ ਪਰਗਣੇ ਜਿੱਤ ਲਿਆ। ਹੁਣ ਇੱਕ ਲੋੜ ਮਹਿਸੂਸ ਹੋ ਰਹੀ ਸੀਗੀ ਕਿ ਜੋ ਸਮਾਨ, ਪੈਸਾ, ਹਥਿਆਰ, ਆਟਾ ਕੋਟਾ, ਜਿੰਨੀ ਰਸਦ ਪੈਸਤ ਹੁੰਦੀ ਆ, ਕੋਈ ਲੁੱਟਿਆ ਮਾਲ ਵੀ ਆ, ਉਹ ਰੱਖਣਾ ਕਿੱਥੇ ਆ। ਅੱਛਾ, ਹੁਣ ਉਹ ਜ਼ਿਆਦਾ ਹੋ ਗਿਆ। ਹੁਣ ਇੱਕ ਪੱਕਾ ਕੋਈ ਅੱਡਾ ਬਣਾਉਣ ਦੀ ਗੱਲ ਆ ਗਈ ਕਿ ਕਿਤੇ ਨਾ ਕਿਤੇ ਆਪਣੇ ਕੋਲੇ ਪ੍ਰੋਪਰ ਥਾਂ ਹੋਵੇ, ਸੁਰੱਖਿਅਤ ਥਾਂ ਹੋਵੇ, ਜਿੱਥੇ ਆਪਾਂ ਆਪਣਾ ਇੱਕ ਬੇਸ ਕੈਂਪ ਬਣਾ ਸਕਦੇ ਹੋਈਏ। ਜੀ। ਤਾਂ ਇੱਥੇ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਨਜ਼ਰ ਦੌੜਾਈ ਆਲੇ ਦੁਆਲੇ, ਤਾਂ ਉਹਨੂੰ ਪਤਾ ਲੱਗਿਆ ਕਿ ਇੱਥੇ ਇੱਕ ਕਿਲ੍ਹਾ ਹੈਗਾ ਪਹਾੜਾਂ ਦੇ ਵਿੱਚ। ਉਹ ਕਿਲ੍ਹੇ ਨੂੰ ਕਹਿੰਦੇ ਸੀ ਮੁਗਲਸਗੜ੍ਹ ਦਾ ਕਿਲ੍ਹਾ ਕਹਿੰਦੇ ਆ ਜੀ। ਠੀਕ ਹੈ ਜੀ, ਮੁਗਲਸਗੜ੍ਹ। ਉਹ ਬਹੁਤ ਪੁਰਾਣਾ ਕਿਲ੍ਹਾ ਸੀਗਾ, ਸ਼ਾਹਜਹਾਂ ਵੇਲੇ ਦਾ ਬਣਿਆ ਸੀ, 1655 ਦੇ ਵਿੱਚ ਕਹਿੰਦੇ ਆ ਇਤਿਹਾਸਕਾਰ ਕਿ ਬਣਾਇਆ ਗਿਆ ਸੀ ਕਿਲ੍ਹਾ ਜੀ। ਤੇ ਉਸ ਸੀ ਉਹ ਕਿੱਦਾਂ ਦਾ ਕਿਲ੍ਹਾ ਕਿ 3 ਪਾਸੇ ਡੂੰਘੀ ਖਾਈ ਸੀ, ਪਹਾੜ ਦੀ ਖੱਡ ਸੀ। ਅੱਛਾ। ਇੱਕ ਪਾਸੇ ਪਿੱਛੇ ਪਹਾੜੀ ਲੱਗਦੀ ਸੀ। ਅੱਛਾ, ਮਤਲਬ ਕਿਸੇ ਦੁਸ਼ਮਣ ਲਈ ਆਉਣਾ ਤੇ ਉੱਥੇ ਫਿਰ ਬਹੁਤ ਹੀ ਬਹੁਤ ਔਖਾ ਸੀਗਾ, ਬਹੁਤ ਸੇਫ ਸੀਗਾ। ਤੇ ਉਸ ਕਿਲ੍ਹੇ ਦੇ ਵਿੱਚ ਥੋੜੀ ਜਿਹੀ ਫੌਜ ਬੈਠੀ ਸੀ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਰਾ ਪਤਾ ਕਰਕੇ ਮੁਗਲਸਗੜ੍ਹ ਦੇ ਕਿਲ੍ਹੇ ਤੇ ਚੜ੍ਹਾਈ ਕਰਤੀ ਤੇ ਉਹ ਕਿਲ੍ਹਾ ਜਿੱਤ ਲਿਆ। ਅੱਛਾ। ਉੱਥੇ ਉਹਨਾਂ ਨੂੰ ਹੁਣ ਇੱਕ ਬੇਸ ਮਿਲ ਗਿਆ ਜਿੱਥੇ ਉਹ ਬੈਠ ਸਕਦੇ ਨੇ, ਜਿੱਥੇ ਦਾ ਉਹ ਪ੍ਰਬੰਧ ਕਰ ਸਕਦੇ ਨੇ। ਨਹੀਂ ਤੇ ਅੱਗੇ ਦੇ ਸ਼ਹਿਰ ਲੁੱਟ ਕੇ ਅੱਗੇ ਚਲ ਜਾਂਦੇ ਸੀ, ਫਿਰ ਘੋੜਿਆਂ ਤੇ ਹੀ ਸੌਂਦੇ ਸੀ, ਫਿਰ ਲੁੱਟ ਕੇ ਅੱਗੇ ਅਗਲੇ ਚਲ ਜਾਣਾ। ਮਤਲਬ ਕੋਈ ਬੇਸ ਕੈਂਪ ਕੋਈ ਨਹੀਂ ਸੀ ਹੈਗਾ। ਇਹ ਸਢੌਰੇ ਤੋਂ ਜੀ 20 ਮੀਲ ਦੀ ਦੂਰੀ ਤੇ ਆ, ਸ਼ਿਵਾਲਕ ਦੀਆਂ ਪਹਾੜੀਆਂ ਦੇ ਵਿੱਚ ਇਹ ਕਿਲ੍ਹਾ ਜਿਹੜਾ। ਅੱਛਾ। ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਉਹ ਕਿਲ੍ਹੇ ਨੂੰ ਜਿੱਤ ਕੇ ਉਹਦਾ ਨਾਂ ਬਦਲਿਆ, ਉਸ ਕਿਲ੍ਹੇ ਦਾ ਨਾਂ ਲੋਹਗੜ੍ਹ ਰੱਖਿਆ। ਅੱਛਾ, ਲੋਹਗੜ੍ਹ ਦਾ ਕਿਲ੍ਹਾ। ਲੋਹਗੜ੍ਹ ਦਾ ਕਿਲ੍ਹਾ, ਠੀਕ ਹੈ। ਉਹਨੂੰ ਹੀ ਬਾਅਦ 'ਚ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਰਾਜਧਾਨੀ ਬਣਾਇਆ ਉਸ ਕਿਲ੍ਹੇ ਨੂੰ। ਠੀਕ ਹੈ ਜੀ। ਸਰਹੰਦ ਨੂੰ ਰਾਜਧਾਨੀ ਨਹੀਂ ਬਣਾਇਆ, ਲੋਹਗੜ੍ਹ ਦੇ ਕਿਲ੍ਹੇ ਨੂੰ ਰਾਜਧਾਨੀ ਬਣਾਇਆ ਸੀਗਾ, ਕਿਉਂਕਿ ਉਹ ਬਹੁਤ ਸੇਫ ਥਾਂ ਤੇ ਸੀਗਾ। ਤੇ ਉਹ ਕਿਲ੍ਹੇ ਦੇ ਬਾਰੇ ਆ ਕਿ ਉਹਦਾ ਇਹ ਵੀ ਬਿਲਕੁਲ ਆਉਂਦਾ ਵੀ ਜਦੋਂ ਐਡਾ ਵੱਡਾ ਸੂਬਾ ਸੀਗਾ ਸਰਹੰਦ ਜੀ, ਉਹ ਫਤਿਹ ਕੀਤਾ, ਉਹਨੂੰ ਬੇਸ ਕੈਂਪ ਨਹੀਂ ਬਣਾਇਆ। ਸੇਫਟੀ ਦਾ ਹੀ ਮੇਨ ਕਾਰਨ ਸੀਗਾ ਵੀ ਉੱਥੇ ਘੱਟ ਫੌਜ ਦੇ ਨਾਲ। ਸਰਹੰਦ ਇੱਕ ਤਾਂ ਜੀ ਮੇਨ ਜਿਹੜਾ ਰਾਹ ਸੀਗਾ, ਸ਼ਾਹੀ ਸੜਕ ਸੀ, ਉਹਦੇ ਐਨ ਉੱਤੇ ਸੀ। ਉਹ ਜਿਹੜਾ ਵੀ ਚੜ੍ਹਾਈ ਕਰਕੇ ਆਉਂਦਾ ਸੀ ਉਧਰੋਂ ਲਹਿੰਦੇ ਪਾਸੇ ਵੱਲੋਂ ਤੇ ਪਹਿਲਾਂ ਬਿਲਕੁਲ ਉੱਥੇ ਆਉਂਦਾ ਸੀਗਾ। ਤੇ ਇੱਕ ਸੀ ਉਹ ਵੀ ਮੈਦਾਨੀ ਇਲਾਕੇ 'ਚ ਸੀ। ਅੱਛਾ। ਬਾਬਾ ਬੰਦਾ ਸਿੰਘ ਬਹਾਦਰ ਦੀ ਜੇ ਤੁਸੀਂ ਸਾਰੀ ਜ਼ਿੰਦਗੀ ਦੇਖੋ ਨਾ, ਉਹ ਥੋੜਾ ਜਿਹਾ ਪਹਾੜੀ ਇਲਾਕੇ ਨੂੰ ਪਸੰਦ ਕਰਦੇ ਸੀ, ਕਿਉਂਕਿ ਆਪ ਉਹ ਜੰਮੂ ਤੋਂ ਸੀ। ਅੱਛਾ। ਇਹਦੇ ਵਿੱਚ ਇਹ ਵੀ ਹੋ ਸਕਦਾ ਕਿ ਉਹਨਾਂ ਨੂੰ ਆਪਣੀ ਜਨਮ ਭੂਮੀ ਵਰਗੀ ਭੂਮੀ ਵਧੀਆ ਲੱਗਦੀ ਹੋਵੇ ਜੀ, ਜਾਂ ਉਹਨਾਂ ਨੂੰ ਲੱਗਦਾ ਸੀ ਕਿ ਉਹ ਸੁਰੱਖਿਅਤ ਆ, ਦੂਜੇ ਥਾਵਾਂ ਨਾਲੋਂ ਸੁਰੱਖਿਅਤ ਥਾਂ ਹੈਗੀ ਆ ਜਿੱਥੇ ਪਹਾੜੀ ਦੇ ਇੱਕ ਪਾਸੇ ਓਟ ਹੈਗੀ ਆ ਜੀ। ਸੋ ਇਸ ਕਿਲ੍ਹੇ ਨੂੰ ਉਹਨਾਂ ਨੇ ਲੋਹਗੜ੍ਹ ਦਾ ਨਾਂ ਦਿੱਤਾ ਜੀ। ਲੋਹਗੜ੍ਹ ਦੇ ਕਿਲ੍ਹੇ ਪਹਿਲਾਂ ਵੀ ਇਤਿਹਾਸ ਦੇ ਵਿੱਚ ਹੈਗੇ ਸੀ। ਅੱਛਾ। ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ 5 ਕਿਲ੍ਹੇ ਬਣਾਏ ਸੀ, ਉਹਨਾਂ ਦੇ ਵਿੱਚ ਇੱਕ ਕਿਲ੍ਹੇ ਦਾ ਨਾਮ ਲੋਹਗੜ੍ਹ ਸੀਗਾ। ਅੱਛਾ। ਤੇ ਉਹ ਤੋਂ ਵੀ ਪਹਿਲਾਂ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਕਿਲ੍ਹਾ ਸਿੱਖਾਂ ਨੇ ਬਣਾਇਆ ਜੀ, ਉਹ ਵੀ ਲੋਹਗੜ੍ਹ ਦਾ ਕਿਲ੍ਹਾ ਸੀ। ਅੱਛਾ। ਕਿਉਂਕਿ ਲੋਹ ਕਹਿੰਦੇ ਲੋਹੇ ਨੂੰ ਜੀ, ਲੋਹੇ ਦਾ ਸਿੱਖੀ ਨਾਲ ਬਹੁਤ ਨੇੜੇ ਦਾ ਰਿਸ਼ਤਾ ਜੀ। ਆਪਾਂ ਦੇਖਦੇ ਹਾਂ ਕਿ ਪ੍ਰਾਤਨ ਸਿੰਘ ਕਈ ਉਹ ਤਾਂ ਸ਼ੱਕ ਦੇ ਵੀ ਲੋਹੇ ਦੇ ਬਰਤਨਾਂ 'ਚ ਰਹੇ ਨੇ। ਖਾਲਸਾ ਸੋਈ ਗੁਰਬਾਣੀ ਹਿੱਤ ਲਾਵੇ, ਖਾਲਸਾ ਸੋਈ ਸਾਰ ਮੈਂ ਖਾਵੇ, ਭਾਈ ਨੰਦ ਲਾਲ ਜੀ ਨੇ ਲਿਖਿਆ ਕਿ ਜਿਹੜਾ ਲੋਹੇ ਦੇ ਭਾਂਡਿਆਂ 'ਚ ਖਾਂਦਾ ਉਹ ਖਾਲਸਾ। ਅੱਛਾ। ਸੋ ਲੋਹਗੜ੍ਹ ਦੀ ਬਹੁਤ ਵੱਡੀ ਮਹਾਨਤਾ ਸੀ। ਹੁਣ ਬਾਬਾ ਬੰਦਾ ਸਿੰਘ ਬਹਾਦਰ ਕੋਲ ਇੱਕ ਕਿਲ੍ਹਾ ਆ ਗਿਆ। ਉਹ ਕਿਲ੍ਹੇ ਦੀਆਂ ਕੁਛ ਹੋਰ ਜਿਹੜੀਆਂ ਖਾਸੀਅਤਾਂ ਇਹ ਸੀਗੀਆਂ ਜੀ, ਉਹਦੇ ਵਿੱਚ 2 ਸੁਰੰਗਾਂ ਸੀ, ਮਤਲਬ ਉਸ ਵੇਲੇ ਦੀਆਂ ਟਨਲ ਬਣੀਆਂ ਹੋਈਆਂ ਸੀ ਜੀ। ਇੱਕ ਨੂੰ ਪੰਮੂ ਵਾਲੀ ਖੋਲ ਕਹਿੰਦੇ ਤੇ ਜਿਹੜੇ ਦੂਸਰੀ ਉਹ ਡਸਕੇ ਵਾਲੀ ਖੋਲ। ਇਹ 2 ਪਿੰਡ ਸੀ, ਉਹ ਪਿੰਡਾਂ ਤੱਕ ਜਾਂਦੀਆਂ ਸੀ ਸੁਰੰਗਾਂ, ਜਿਹੜੀਆਂ ਕਿ ਗੁਪਤ ਸੀ, ਜਿੱਥੋਂ ਦੀ ਭੱਜਣ ਦਾ ਜਾਂ ਅੰਦਰ ਆਉਣ ਦੇ ਕੋਈ ਤਰੀਕੇ ਸੀਗੇ। ਸੋ ਇਹ ਕਿਲ੍ਹਾ ਜਿੱਤ ਲਿਆ ਤੇ ਜੰਗਾਂ ਯੁੱਧਾਂ 'ਚ ਲੁੱਟਿਆ ਹੋਇਆ ਜਿਹੜਾ ਸਮਾਨ ਸੀ ਉਹ ਆਪਣੇ ਬੇਸ ਤੇ ਲੈ ਆਂਦਾ ਉਹਨਾਂ ਨੇ ਜੀ। ਹੁਣ ਹੈਗੀ ਆ ਜੀ ਗੱਲ ਦੂਸਰੇ ਪਾਸੇ ਆਪਾਂ ਚੱਲੀਏ। ਅੱਛਾ, ਮੈਂ ਤੇ ਪੁੱਛਣ ਲੱਗਾ ਸੀ ਵੀ ਤੂੰ ਅੱਗੇ ਕਿੱਧਰ ਨੂੰ ਚੜ੍ਹਾਈ ਕਰਨੀ ਹੁਣ। ਹਾਂ, ਆਪਾਂ ਇਹ ਕਹਾਣੀ ਨੂੰ ਇੱਥੇ ਛੱਡੀਏ। ਅੱਛਾ। ਲੋਹਗੜ੍ਹ ਦਾ ਕਿਲ੍ਹਾ ਬੇਸ ਬਣ ਗਿਆ ਜਿੱਥੇ ਸਾਰੀ ਫੌਜ ਟਿਕਦੀ ਸੀ, ਜਿੱਥੇ ਰਸਤਾ ਬਾਦਾਂ ਸੀ, ਸਾਰਾ ਕੁਛ ਸੀ। ਹੁਣ ਦੂਸਰੇ ਪਾਸੇ ਮਾਝੇ ਤੇ ਦੁਆਬੇ ਦੇ ਸਿੰਘਾਂ ਦੀ ਗੱਲ ਸੀਗੀ, ਜਿਹੜੇ ਆ ਰਹੇ ਸੀਗੇ, ਜਿਨ੍ਹਾਂ ਨੂੰ ਰਾਜ ਘੇਰ ਲਿਆ ਸੀਗਾ ਸ਼ੇਰ ਮੁਹੰਮਦ ਖਾਨ ਉਹਨਾਂ ਨੇ, ਮਰੇਕੋਟਲੇ ਵਾਲਿਆਂ ਨੇ।
ਹੁਣ ਉਹਨਾਂ ਨੂੰ ਵੀ ਬਾਬਾ ਜੀ ਨੇ ਸੁਨੇਹੇ ਭੇਜੇ ਵੀ ਤੁਸੀਂ ਇਦਾਂ ਕਰੋ, ਸਰਹੰਦ ਤੋਂ ਪਾਸਾ ਵੱਟ ਕੇ ਜਿੱਥੇ ਹੁਣ ਆਪਣਾ ਚੰਡੀਗੜ੍ਹ ਮੋਹਾਲੀ ਆ, ਹਾਂਜੀ, ਬਨੂੜ ਵੱਲ ਨੂੰ ਆ ਜਾਓ। ਬਨੂੜ ਉਸ ਵੇਲੇ ਮਸ਼ਹੂਰ ਸ਼ਹਿਰ ਸੀਗਾ। ਠੀਕ ਹੈ ਜੀ। ਤੇ ਆਪ ਉਹਨਾਂ ਨੇ ਮੁਕਤਸਰਗੜ੍ਹ ਤੋਂ ਉਧਰਲੇ ਪਾਸੇ ਨੂੰ ਆਪ ਦਾ ਵੀ ਰੌਂ ਕਰ ਲਿਆ। ਤੇ ਇਹ ਉਹ ਥਾਂ ਹੈਗੀ ਆ ਜੀ ਜਿੱਥੇ ਜਿਹਨੂੰ ਅਸੀਂ ਚੱਪੜਚਿੜੀ ਕਹਿੰਦੇ ਆ। ਅੱਛਾ, ਜਿੱਥੇ ਅਸਲੀ ਯੁੱਧ ਹੋਇਆ ਫਿਰ। ਹਾਂਜੀ ਹਾਂ, ਕਿਉਂਕਿ ਗੁਰੂ ਸਾਹਿਬ ਨੇ ਕਿਹਾ ਸੀਗਾ ਕਿ ਮੈਦਾਨ ਦੀ ਚੋਣ ਆਪ ਕਰਨੀ ਆ। ਬਾਬਾ ਬੰਦਾ ਸਿੰਘ ਬਹਾਦਰ ਚਾਹੁੰਦੇ ਹੀ ਨਹੀਂ ਸੀ ਮੈਂ ਸਰਹੰਦ ਜਾ ਕੇ ਲੜਾਂ। ਉਹ ਕਹਿੰਦੇ ਸੀ ਕਿਸੇ ਤਰ੍ਹਾਂ ਉਹਨੂੰ ਉਕਸਾ ਕੇ, ਉਹਨੂੰ ਇੱਕ ਡਰਾਮਾ ਦੱਸ ਕੇ ਉਹਨੂੰ ਬਾਹਰ ਲੈ ਆਈਏ ਜੀ, ਕਿਉਂਕਿ ਜਦੋਂ ਬਾਹਰ ਆ ਗਿਆ ਤਾਂ ਉਹਦੀ ਸ਼ਕਤੀ ਘਟ ਜਾਣੀ ਆ। ਜਦੋਂ ਖੁੱਡ ਚੋਂ ਆਇਆ ਬਾਹਰ, ਹਾਂ, ਉਦੋਂ ਫੜਿਆ ਜਾਊਗਾ। ਠੀਕ ਹੈ। ਤੇ ਇੱਥੇ ਹੁਣ ਉਹਨਾਂ ਰਾਹ ਦੇ ਵਿੱਚ ਅੰਬਾਲੇ ਤੇ ਬਨੂੜ ਤੇ ਵੀ ਹਮਲਾ ਕੀਤਾ ਜੀ, ਉਹਨਾਂ ਦਾ ਵੀ ਲੁੱਟ ਖਸੁੱਟ ਹੋਈ। ਤੇ ਉੱਥੋਂ ਉਹ ਪਹੁੰਚ ਜਾਂਦੇ ਆ ਜੀ ਚੱਪੜਚਿੜੀ, ਜਿਹਨੂੰ ਹੁਣ ਅੱਜ ਚੱਪੜਚਿੜੀ ਕਹਿੰਦੇ ਆ। ਪਹਿਲਾਂ ਇਹਦਾ ਨਾਂ ਸੀਗਾ ਜੀ, ਉਹ ਸਿੰਘਾਂ ਨੂੰ ਅੱਗੋਂ ਲੈਣ ਵਾਸਤੇ ਜਾ ਰਹੇ ਨਾ, ਉਹਨਾਂ ਨੂੰ ਸੁਨੇਹਾ ਦਿੱਤਾ ਹੋਇਆ ਕਿ ਤੁਸੀਂ ਬਨੂੜ ਪਹੁੰਚੋ। ਠੀਕ ਆ। ਤੇ ਆਪ ਵੀ ਉਧਰ ਨੂੰ ਰੁਖ ਕਰ ਲਿਆ। ਉਹ ਥਾਂ ਆ ਗਈ ਜਿੱਥੇ ਦੋਨਾਂ ਨੇ ਹੁਣ ਮਿਲ ਜਾਣਾ। ਠੀਕ ਆ, ਵੀ ਦੋ ਹੀ ਇੱਕ ਥਾਂ ਤੇ ਮਿਲ ਜਾਣਗੇ। ਉੱਥੇ ਜਾ ਕੇ ਬਾਬਾ ਜੀ ਨੇ ਛੱਪੜ ਤੇ ਝਿੜੀ ਸੀਗੀ, ਅਸਲ ਦੇ ਵਿੱਚ ਸ਼ਬਦ ਸੀਗਾ ਜੀ। ਉੱਥੇ ਪਾਣੀ ਦਾ ਛੱਪੜ ਸੀ ਤੇ ਨਾਲ ਝਿੜੀ ਕਹਿੰਦੇ ਆ ਦਰਖਤਾਂ ਦਾ ਜੰਗਲ। ਅੱਛਾ, ਜ਼ਖੀਰਾ ਜਿਵੇਂ ਹੁੰਦਾ ਵੀ ਜੰਗਲ ਜਿਹਾ ਹੈਗਾ ਥੋੜਾ ਜਿਹਾ, ਤੇ ਇੱਕ ਛੱਪੜ, ਉੱਥੇ ਪਾਣੀ ਦਾ ਸੋਰਸ ਹੈਗਾ, ਕੋਲ ਦੀ ਨਦੀ। ਨਾਮ ਅੱਗੇ ਪਿਆ ਛੱਪੜ ਝਿੜੀ। ਹਾਂ, ਉਹ ਛੱਪੜ ਤੇ ਝਿੜੀ ਤੋਂ ਬਦਲਦਾ ਹੌਲੀ ਹੌਲੀ ਆਮ ਲੋਕਾਂ ਦੀ ਜ਼ੁਬਾਨ ਤੇ ਚੜ੍ਹਦਾ, ਉਹ ਚੱਪੜਚਿੜੀ ਦਾ ਮੈਦਾਨ ਅੱਛਾ ਨਾਮ ਬਣ ਗਿਆ। ਚੱਪੜਚਿੜੀ ਹੋ ਗਿਆ, ਚੱਪੜਚਿੜੀ ਹੋ ਗਿਆ। ਹਾਂਜੀ, ਉਹ ਉੱਥੇ ਹੁਣ ਪਿੱਛੇ ਜਦੋਂ ਬਾਬਾ ਜੀ ਦਾ ਸ਼ਹੀਦੀ ਦਿਨ ਖਾਲਸਾ ਸਰਹੰਦ ਫਤਿਹ ਦਿਵਸ ਮਨਾਇਆ ਗਿਆ, ਜਦੋਂ ਉੱਥੇ ਉਹਨੇ ਵੱਡੀ ਯਾਦ ਵੀ ਬਣਾਈ ਗਈ ਆ। ਤਾਂ ਉਹ ਇੱਕ ਤਾਂ ਸੀਗਾ ਕਿ ਪਹਾੜਾਂ ਦੇ ਨੇੜੇ ਸੀ, ਬਰਸਾਤੀ ਨਾਲੇ ਵਗਦੇ ਸੀ, ਉੱਚੀ ਨੀਵੀਂ ਥਾਂ ਸੀ, ਤੇ ਇੱਕ ਟਿੱਬਾ ਸੀ ਜਿਹਦੇ ਉੱਤੇ ਬਾਬਾ ਜੀ ਦਾ ਕਬਜ਼ਾ ਸੀ। ਉੱਚੇ ਥਾਂ ਤੇ ਆਪ ਸੀਗੇ ਉਹ। ਅੱਛਾ। ਤੇ ਉੱਚੇ ਥਾਂ ਤੇ ਰਹਿਣ ਦਾ ਮਤਲਬ ਉਹੀ ਲੜਾਈ ਜੰਗ ਦਾ ਇੱਕ ਪੈਂਤੜਾ ਸੀਗਾ ਕਿ ਤੁਸੀਂ ਉੱਚੇ ਥਾਂ ਬੈਠੇ ਹੋ, ਤੁਸੀਂ ਤੁਹਾਡੇ ਤੇ ਮਾਰ ਘੱਟ ਹੁੰਦੀ। ਠੀਕ ਹੈ। ਹੁਣ ਇੱਥੇ ਨਾਲ ਦੀ ਨਾਲ ਇੱਕ ਛੋਟਾ ਜਿਹਾ ਜ਼ਿਕਰ ਆਪਾਂ ਹੋਰ ਕਰੀਏ ਕਿ ਉੱਥੋਂ ਬਨੂੜ ਤੋਂ ਜਾ ਕੇ ਬਾਬਾ ਜੀ ਨੇ ਇੱਕ ਚਿੱਠੀ ਲਿਖੀ ਵਜੀਦ ਖਾਨ ਨੂੰ। ਫਿਰ ਹੋਰ ਦੂਜੀ ਚਿੱਠੀ ਲਿਖੀ, ਇਹ ਦੂਸਰੀ ਸੀ। ਹਾਂ, ਠੀਕ ਆ। ਬਈ ਹੁਣ ਮੇਰੀ ਤੇਰੇ ਵੱਲ ਆਖਰੀ ਚਿੱਠੀ ਆ, ਮੈਂ ਸਰਹੰਦ ਤੇ ਹਮਲਾ ਕਰਨ ਵਾਲਾ, ਤੂੰ ਆਪਣੀ ਤਿਆਰੀ ਕਰ ਲਾ। ਅੱਛਾ। ਉਹ ਹੁਣ ਇੱਕ ਮੈਸੇਜ ਸੀਗਾ ਕਿ ਸਾਡੇ ਕਿੰਨੀ ਉਹ ਤਿਆਰੀ ਆ। ਤਾਂ 30 ਜਨਵਰੀ ਤੱਕ ਅਖਬਾਰ ਨਿਕਲਦਾ ਸੀਗਾ ਜੀ। ਉਸ ਵੇਲੇ ਅਖਬਾਰ ਨਹੀਂ ਸੀ, ਤੁਸੀਂ ਅਖਬਾਰ ਕਹਿ ਸਕਦੇ ਆਪਾਂ ਨੂੰ। ਉਹ ਸੀਗਾ ਵੀ ਸਾਰੀਆਂ ਜਿਹੜੇ ਛੋਟੀਆਂ ਰਿਆਸਤਾਂ ਸੀ, ਉਹ ਜਿਹੜਾ ਲਿਖ ਕੇ ਆਪਣੀ ਡਿਟੇਲ ਭੇਜਦੀਆਂ ਸੀਗੀਆਂ ਦਿੱਲੀ ਦਰਬਾਰ ਨੂੰ। ਅੱਛਾ, ਠੀਕ। ਉਹ ਫਿਰ ਮਹਾਰਾਜਾ ਜਿੱਥੇ ਵੀ ਹੋਵੇ, ਬਹਾਦਰ ਸ਼ਾਹ ਜਿੱਥੇ ਉੱਥੇ ਜਾਂਦੀ ਸੀ, ਉਹ ਪੜ੍ਹਦਾ ਸੀ। ਠੀਕ ਹੈ। ਫਿਰ ਉਹ ਜਿਹੜੇ ਹੁਕਮ ਭੇਜਦਾ ਸੀ ਸਾਰਿਆਂ ਨੂੰ, ਉਹ ਵੀ ਸਾਰਿਆਂ ਤੱਕ ਪਹੁੰਚਦੇ ਸੀ। ਤਾਂ ਉਹਨੂੰ ਅਖਬਾਰ ਕਹਿੰਦੇ ਸੀਗੇ ਉਸ ਸਮੇਂ, ਅਖਬਾਰ ਦਰਬਾਰ ਮੌਲਾ ਉਹਦਾ ਨਾਂ ਸੀ। ਠੀਕ ਹੈ ਜੀ। ਉਹਦੇ ਵਿੱਚ 70,000 ਦੀ ਗਿਣਤੀ ਲਿਖੀ ਆ ਕਿ ਸਿੰਘਾਂ ਦੀ 70,000 ਦੀ ਗਿਣਤੀ ਆ ਫੌਜ ਦੀ। ਅੱਛਾ। ਤੇ ਉਹ ਇਹ 70,000 ਦੀ ਗਿਣਤੀ ਸੁਣ ਕੇ ਵਜੀਦ ਖਾਂ ਤੇ ਸੁੱਚਾ ਆਨੰਦ, ਇਹ ਦੋ ਕਰੈਕਟਰ ਆਪਾਂ ਜੇ ਇਤਿਹਾਸ ਦੇ ਵਿੱਚ ਇਹਨਾਂ ਨੂੰ ਦੇਖੀਏ, ਇਹ ਉਹੀ ਬੰਦੇ ਸੀ ਜਿਹਨੇ ਸਰਹੰਦ ਦੇ ਵਿੱਚ ਛੋਟੇ ਸਾਹਿਬ ਇਹਨਾਂ ਨੂੰ ਸ਼ਹੀਦ ਕਰਾਇਆ ਸੀ। ਸੁੱਚਾ ਆਨੰਦ ਉਹ ਬੰਦਾ ਸੀ ਜਿਹੜਾ ਕਹਿੰਦਾ ਸੀ ਕਿ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਆ, ਇਹਨਾਂ ਨੂੰ ਬਖਸ਼ਣਾ ਨਹੀਂ ਚਾਹੀਦਾ, ਸੱਪ ਦੇ ਪੁੱਤ ਸੱਪੇ ਹੀ ਹੁੰਦੇ ਨੇ। ਸੋ ਇਹ ਦੋ ਬੰਦੇ ਸੀਗੇ ਜਿਨ੍ਹਾਂ ਨਾਲ ਹੁਣ ਬਾਬਾ ਬੰਦਾ ਸਿੰਘ ਬਹਾਦਰ ਦਾ ਮੁਕਾਬਲਾ ਹੋਣਾ। ਉਹਨੂੰ ਡਰ ਪੈ ਗਿਆ ਦੋਨਾਂ ਬੰਦਿਆਂ ਨੂੰ ਕਿ ਬਾਬਾ ਬੰਦਾ ਸਿੰਘ ਬਹਾਦਰ ਸਾਡੇ ਵੱਲ ਆ ਰਿਹਾ। ਪਰ ਬਾਬਾ ਜੀ ਜਾ ਤਾਂ ਰਹੇ ਸੀ, ਪਰ ਰੁਕ ਕੇ ਜਾਂਦੇ ਸੀ। ਅੱਛਾ। ਉਹਦੇ ਪਿੱਛੇ ਸਿਰਫ ਮਕਸਦ ਇਹੀ ਸੀ ਕਿ ਉਹ ਬਾਹਰ ਆ ਜਾਣ, ਉਹਨਾਂ ਦੀ ਪੇਸ਼ੈਂਸ ਖਤਮ ਹੋਵੇ, ਉਹ ਆਪਦੇ ਖੁੱਡ ਦੇ ਵਿੱਚੋਂ ਬਾਹਰ ਨਿਕਲੇ, ਉਹ ਆ ਕੇ ਚੜ੍ਹਾਈ ਕਰਨ ਦੀ ਕੋਸ਼ਿਸ਼ ਕਰਨ। ਬਿਲਕੁਲ ਜੀ। ਤਾਂ ਵਜੀਦ ਖਾਨ ਨੇ ਉਹੀ ਕੀਤਾ। ਜਦੋਂ ਉਹਦੀ ਪੇਸ਼ੈਂਸ ਨਾ ਰਹੀ ਤਾਂ ਆਪਣੀਆਂ ਫੌਜਾਂ ਲੈ ਕੇ ਉਹ ਚੱਪੜਚਿੜੀ ਦੇ ਮੈਦਾਨ ਵੱਲ ਨੂੰ ਚੱਲ ਗਏ। ਜਦੋਂ ਵਜ਼ੀਰ ਖਾਨ ਨੂੰ ਪਤਾ ਲੱਗ ਗਿਆ ਹੁਣ ਵੀ ਮੇਰੇ ਤੇ ਚੜ੍ਹਾਈ ਕਰਨ ਆ ਰਹੇ, ਚਿੱਠੀ ਗਈ ਪਹੁੰਚ, ਫਿਰ ਬੇਚੈਨੀ ਤੇ ਵਧੀ ਹੋਣੀ ਆ ਵੀ ਹੁਣ ਕੀ ਕੀਤਾ ਜਾਏ। 70,000 ਦੀ ਫੌਜ ਪਤਾ ਲੱਗ ਗਈ ਜਦੋਂ ਇੱਕ ਵਾਰੀ, ਹੱਥਾਂ ਪੈਰਾਂ ਦੀ ਤੇ ਪੈ ਗਈ ਹੋਣੀ ਉਦੋਂ। ਬਿਲਕੁਲ ਜੀ। ਇਸ ਤੋਂ ਪਹਿਲਾਂ ਇੱਕ ਗੱਲ ਸ਼ਾਇਦ, ਕਿਉਂਕਿ ਇਤਿਹਾਸ ਦੀਆਂ ਬਹੁਤ ਲੜੀਆਂ ਨੇ ਜੀ ਵਿੱਚ, ਕਈ ਵਾਰੀ ਗੱਲ ਕਰਦਿਆਂ ਵੀ ਨਾ ਕੋਈ ਲੜੀ ਵਿੱਚੋਂ ਵਿਸਰ ਜਾਂਦੀ। ਜੀ। ਇੱਕ ਲੜੀ ਰਹਿ ਗਈ ਸੀਗੀ, ਜਿਹੜਾ ਸੁੱਚਾ ਆਨੰਦ ਸੀ ਜੀ, ਉਹਦਾ ਇੱਕ ਭਤੀਜਾ ਸੀ, ਗੰਡ ਆਨੰਦ ਉਹਦਾ ਨਾਂ ਇਤਿਹਾਸ ਨੇ ਲਿਖਿਆ। ਠੀਕ ਹੈ ਜੀ। ਉਹ ਵੀ ਫੌਜਦਾਰ ਸੀ ਜੀ।
ਉਧਰੋਂ ਹੁਣ ਦੂਜੇ ਪਾਸੇ ਵੀ ਪੋਲਿਟਿਕਸ ਹੋ ਰਹੀ ਹੈ ਅੰਦਰੋਂ ਵੀ। ਅੱਛਾ। ਸੁੱਚਾ ਨੰਦ ਨੇ ਤੇ ਵਜ਼ੀਰ ਖਾਨ ਨੇ ਕਿਹਾ ਉਸ ਮੁੰਡੇ ਨੂੰ ਥੋੜੀ ਫੌਜ ਦੇ ਕੇ ਵੀ ਤੂੰ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਜੁਆਇਨ ਕਰ ਲਾ। ਅੱਛਾ। ਤਾਂ ਉਹਨੂੰ ਤਿਆਰੀ ਕਰਕੇ ਭੇਜਿਆ। ਉਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਆ ਕੇ ਮਿਲਦਾ। ਉਹ ਕਹਿੰਦਾ ਜੀ ਮੇਰਾ ਚਾਚਾ ਸੁੱਚਾ ਨੰਦ ਬਹੁਤ ਦੁਸ਼ਟ ਬੰਦਾ, ਉਹਨੇ ਜਿੱਥੇ ਗੁਰੂ ਸਾਹਿਬ ਨਾਲ ਇੰਨੇ ਧੱਕੇ ਕੀਤੇ, ਸਾਡੇ ਪਰਿਵਾਰ ਨਾਲ ਬਹੁਤ ਧੱਕੇ ਕੀਤੇ ਆ। ਅੱਛਾ, ਗੰਡ ਨੰਦ ਨੂੰ? ਹਾਂਜੀ। ਉਹ ਗੰਡ ਨੰਦ ਉੱਥੇ ਪਹੁੰਚ ਗਿਆ ਕਿ ਸੁੱਚਾ ਨੰਦ ਨੇ ਸਾਡੇ ਨਾਲ ਬਹੁਤ ਧੱਕੇ ਕੀਤੇ ਆ, ਹੁਣ ਉਹ ਮੈਨੂੰ ਜਿਉਣ ਨਹੀਂ ਦਿੰਦਾ, ਮੈਂ ਤਾਂ ਜਾਨ ਬਚਾ ਕੇ ਭੱਜਿਆ। ਮੇਰੇ ਨਾਲ ਛੋਟੀ ਜਿਹੀ 20-50 ਦੀ ਸੈਨਾ ਹੈਗੀ ਆ, ਮੇਰੀ ਫੌਜ ਦੀ ਟੁਕੜੀ ਆ, ਤਾਂ ਤੁਸੀਂ ਕਿਰਪਾ ਕਰੋ ਸਾਨੂੰ ਸ਼ਰਨ ਦਿਓ ਆਪਣੀ। ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਨੇ ਦੇਖਿਆ ਕਿ ਇਹਦੀ ਗੱਲਬਾਤ ਦੇ ਵਿੱਚ ਨਾ ਕੁਛ ਬੂ ਆਉਂਦੀ ਆ ਪੋਲਿਟਿਕਸ ਦੀ। ਅੱਛਾ। ਪਰ ਕਹਿੰਦੇ ਜੇ ਮੈਂ ਇਹਨੂੰ ਹੁਣ ਜਵਾਬ ਦੇ ਦਿੱਤਾ ਤਾਂ ਲੋਕੀ ਕਹਿਣਗੇ ਕਿ ਇਹ ਤਾਂ ਕਿਸੇ ਨੂੰ ਬਖਸ਼ਦੇ ਨਹੀਂ। ਹੁਣ ਉਹ ਹਿੰਦੂ ਬੰਦਾ, ਹਿੰਦੂ ਮੇਰੀ ਸ਼ਰਨ 'ਚ ਆਇਆ। ਉਹਨਾਂ ਨੇ ਬਾਬਾ ਬਾਜ ਸਿੰਘ ਨੂੰ ਕਿਹਾ, ਕਹਿੰਦੇ ਵੀ ਇਹ 'ਤੇ ਨਿਗਾਹ ਰੱਖਿਓ, ਇਹਨੂੰ ਫੌਜ 'ਚ ਰੱਖ ਲਓ। ਪਰ ਅੱਛਾ, ਰੱਖ ਲਿਆ, ਫੌਜ 'ਚ ਰੱਖ ਲਓ, ਪਰ ਇਹਦੀ ਨਿਗਾਹ ਰੱਖਿਓ। ਤੇ ਬਾਬਾ ਜੀ ਆਪ ਵੀ ਸਤਰਕ ਰਹੇ, ਬਾਬਾ ਬੰਦਾ ਸਿੰਘ ਬਹਾਦਰ, ਕਿਉਂਕਿ ਉਹਨੂੰ ਭੇਜਿਆ ਇਸ ਲਈ ਸੀ ਕਿ ਨੇੜੇ ਜਾ ਕੇ ਜਦੋਂ ਤੇਰੇ 'ਤੇ ਯਕੀਨ ਹੋ ਜਾਵੇ ਤੂੰ ਰਾਤ ਬਰਾਤੇ ਬੰਦਾ ਸਿੰਘ ਬਹਾਦਰ ਨੂੰ ਪਾਰ ਬੁਲਾ ਦੇਣਾ। ਅੱਛਾ। ਪਰ ਉਹ ਐਡੇ ਯੋਧੇ ਤੇ ਇੰਨੇ ਪਾਰਖੂ ਇਨਸਾਨ ਸੀ, ਉਹਨੂੰ ਪਤਾ ਸੀ ਕਿ ਕਿਹੜੀ ਪਲਾਨ 'ਤੇ ਆਇਆ, ਪਰ ਉਹਨੂੰ ਛੱਡਿਆ ਨਹੀਂ, ਉਹਨੂੰ ਨਾਲ ਰੱਖ ਲਿਆ। ਹੁਣ ਉਹ ਬਾਬਾ ਬੰਦਾ ਸਿੰਘ ਬਹਾਦਰ ਦੀ ਤਰਫ ਤੋਂ ਫੌਜ ਦੇ ਵਿੱਚ ਸ਼ਾਮਲ ਆ ਉੱਥੇ। ਅੱਛਾ। ਪਰ ਭੇਜਿਆ ਹੋਇਆ ਦੁਸ਼ਮਣਾਂ ਦਾ ਜੀ। ਉੱਧਰੋਂ ਆਪਾਂ ਹੁਣ ਸਰਹੰਦ ਤੋਂ ਜਿਹੜੀ ਫੌਜ ਆ ਉਹਨਾਂ ਨੇ ਸਰਹੰਦ ਤੋਂ ਬਾਹਰ ਨਿਕਲਿਆ ਤੇ ਇੱਕ ਥਾਂ 'ਤੇ ਆ ਕੇ ਆਮੋ ਸਾਹਮਣੇ ਟੱਕਰਾ ਹੋ ਗਿਆ। ਉਦੋਂ ਨੂੰ ਮਾਝੇ ਤੇ ਦੁਆਬੇ ਵਾਲੇ ਸਿੰਘ ਵੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਜੁਆਇਨ ਕਰ ਚੁੱਕੇ ਸੀ। ਅੱਛਾ। ਕਾਫੀ ਖਾਨ ਨੇ 70,000 ਦੀ ਗਿਣਤੀ ਲਿਖੀ ਆ, ਪਰ ਬਾਕੀ ਇਤਿਹਾਸਕਾਰਾਂ ਨੇ ਲਿਖਿਆ ਵੀ ਗਿਣਤੀ ਸਹੀ ਨਹੀਂ ਸੀ। ਇਹ ਸਿਰਫ ਬਹਾਦਰ ਸ਼ਾਹ ਨੂੰ ਭੜਕਾਉਣ ਲਈ ਵੱਧ ਕਰਕੇ ਲਿਖੀ ਗਈ ਸੀ, ਯੁੱਧ ਨੀਤੀ ਸੀ, ਇੰਨੀ ਨਹੀਂ ਸੀਗੀ। ਹੁਣ ਫੌਜ ਦਾ ਜਿਹੜਾ ਇੱਕ ਟਕਾ ਹੋ ਗਿਆ ਜੀ ਦੋਨਾਂ ਪਾਸਿਆਂ ਤੋਂ। ਹੁਣ ਆਪਾਂ ਦੇਖੀਏ ਕਿ ਜਦੋਂ ਫੌਜਾਂ ਲੜਦੀਆਂ ਨੇ ਉਹਨਾਂ ਦੇ ਲਈ ਦੋ ਚੀਜ਼ਾਂ ਇੰਪੋਰਟੈਂਟ ਸੀ ਉਸ ਸਮੇਂ ਵੀ। ਇੱਕ ਤਾਂ ਪਾਣੀ 'ਤੇ ਕਬਜ਼ਾ ਹੋਵੇ, ਪਾਣੀ ਨੇੜੇ ਹੋਵੇ। ਜੇ ਤੁਹਾਡੇ ਕੋਲ ਪਾਣੀ ਨਹੀਂ ਹੈਗਾ ਪੀਣ ਦੇ ਲਈ ਲੜਾਈ ਦੇ ਵਿੱਚ, ਜਿਹੜੀ ਕਿ ਸਿੱਧੀ ਗੁੱਥਮ-ਗੁੱਥਾ ਲੜਾਈ ਹੁੰਦੀ ਆ, ਤਾਂ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਮੁਕਤਸਰ ਜਾ ਕੇ ਢਾਬ 'ਤੇ ਬੈਠੇ, ਉੱਥੇ ਵੀ ਪਾਣੀ ਦਾ ਸੋਰਸ ਸੀ, ਉਹਦੇ 'ਤੇ ਕਬਜ਼ਾ ਕਰ ਲਿਆ। ਤਾਂ ਵਜੀਦ ਖਾਨ ਪਿੱਛੇ ਗਿਆ, ਪਰ ਉਹਦੀਆਂ ਫੌਜਾਂ ਪਾਣੀ ਖੋਣੋਂ ਮਰਦੀਆਂ ਭੱਜੀਆਂ ਆਈਆਂ ਸੀ। ਸੋ ਬਾਬਾ ਬੰਦਾ ਸਿੰਘ ਬਹਾਦਰ ਨੇ ਅਗੇਨ ਪਾਣੀ 'ਤੇ ਕਬਜ਼ਾ ਸੀ, ਉੱਚੇ ਟਿੱਬੇ 'ਤੇ ਬੈਠੇ ਸੀ। ਤੇ ਉਧਰਲੇ ਪਾਸਿਓਂ ਦੇਖਦੇ ਆ ਕਿ ਵਜੀਦ ਖਾਨ ਇੱਕ ਪਾਸੇ ਮਲੇਰਕੋਟਲੇ ਵਾਲੇ ਪਠਾਨਾਂ ਦੀ ਫੌਜ ਸੀ, ਇੱਕ ਪਾਸੇ ਸੁੱਚਾ ਨੰਦ ਦੀ ਫੌਜ ਸੀ, ਉਹ ਅਗਵਾਈ ਕਰਦਾ ਸੀ। ਮਿਡਲ ਦੇ ਵਿੱਚ ਵਜੀਦ ਖਾਨ ਆਪ ਆਪਣੀ ਫੌਜ ਲੈ ਕੇ ਮਿਡਲ ਦੇ ਵਿੱਚ ਸੀ। ਤੇ ਨਾਲ ਦੀ ਨਾਲ ਇੱਕ ਗੱਲ ਫੈਲ ਗਈ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਮੁਸਲਮਾਨਾਂ ਦਾ ਦੁਸ਼ਮਣ ਹੈ। ਫਲਾਤੀ ਸਿਸਟਮ ਫਲਾ ਦਿੰਦੇ ਗੱਲਾਂ। ਬਹੁਤ ਸਾਰੇ ਪਿੰਡਾਂ ਤੋਂ ਲੋਕੀ ਵੀ ਇਕੱਠੇ ਹੋ ਗਏ ਮੁਸਲਮਾਨ ਕਿ ਇਹ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਸਾਨੂੰ ਮਾਰੇ, ਵੀ ਆਪਾਂ ਇਹਨਾਂ ਦੀ ਮਦਦ ਕਰਕੇ ਉਹਦੀ ਫੌਜ ਨੂੰ ਭਜਾ ਦੀ। ਉਹਨਾਂ ਵੀ ਆਪਣੀ ਨੀਤੀ ਵਰਤੀ, ਉਹਨਾਂ ਨੇ ਵੀ ਪੂਰੀ ਨੀਤੀ ਵਰਤੀ, ਕਿਉਂਕਿ ਉਹ ਤਾਂ ਜੀ ਸਰਕਾਰਾਂ ਸੀ, ਉਹਨਾਂ ਕੋਲ ਤਾਂ ਸਾਰਾ ਕੁਝ ਸੀਗਾ। ਪਰ ਘਾਟ ਕਿਹੜੀ ਗੱਲ ਦੀ ਸੀ? ਹੁਣ ਦੇਖੋ, ਇੱਕ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਆ ਜਿਹਨੇ ਕੋਈ ਫੌਜੀ ਟ੍ਰੇਨਿੰਗ ਨਹੀਂ ਲਈ ਹੋਈ। ਆਮ ਪਿੰਡਾਂ ਦੇ ਜ਼ਿਮੀਂਦਾਰ, ਆਮ ਲੋਕ ਨੇ, ਸਧਾਰਨ ਸਿੱਖ ਨੇ, ਜਿਨ੍ਹਾਂ ਨੂੰ ਥੋੜ੍ਹਾ ਹੀ ਚਿਰ ਹੋਇਆ, ਅਜੇ ਸਾਲ ਦਾ ਸਮਾਂ ਵੀ ਨਹੀਂ ਹੋਇਆ ਉਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਜੁਆਇਨ ਕੀਤੇ ਨੂੰ। ਕਈਆਂ ਨੂੰ ਤਾਂ ਕੁਛ ਦੇਣੇ ਹੀ ਹੋਏ ਸੀ। ਇੱਕ ਪਾਸੇ ਉਹ ਬੰਦੇ ਨੇ ਅਣਜਾਣ, ਦੂਜੇ ਪਾਸੇ ਇੱਕ ਟ੍ਰੇਨਡ ਫੌਜ ਆ ਜਿਹੜੀ ਕਿ ਮਸਕਾਂ ਕਰਕੇ ਫੌਜ 'ਚ ਪਹਿਲਾਂ ਭਰਤੀ ਹੁੰਦੇ ਆ, ਉਹਨਾਂ ਦੇ ਭਾਰ ਤੋਲੇ ਜਾਂਦੇ ਆ, ਕੱਦ ਮਿਣੇ ਜਾਂਦੇ ਆ, ਸਾਰਾ ਕੁਛ, ਨਾਲੇ ਪਾਵਰ 'ਚ, ਫਿਰ ਟ੍ਰੇਨਿੰਗ ਦੇ, ਫਿਰ ਪਾਵਰ ਆ, ਉਹਨਾਂ ਕੋਲੇ ਹਥਿਆਰ ਨੇ, ਵੱਡੀਆਂ ਤੋਪਾਂ ਨੇ, ਸਾਰਾ ਕੁਛ ਆ। ਬਾਬਾ ਬੰਦਾ ਸਿੰਘ ਬਹਾਦਰ ਕੋਲ 2-3-4 ਤੋਪਾਂ ਸੀਗੀਆਂ ਉਦੋਂ ਤੱਕ। ਇੱਕ ਮੁਗਲਸਗੜ੍ਹ ਦੇ ਕਿਲੇ ਤੋਂ ਉਹਨਾਂ ਨੂੰ ਵੱਡੀ ਤੋਪ ਮਿਲ ਗਈ ਸੀ। 2 ਤੋਪਾਂ ਵਜੀਦ ਖਾਨ ਦੀਆਂ ਹੋਈਆਂ ਸੀਗੀਆਂ ਪਹਿਲੇ ਜਿਹੜਾ ਆਪਾਂ ਕੁੰਜਪੁਰੇ ਦੇ ਹਮਲੇ ਦੇ ਵਿੱਚੋਂ। ਸੋ ਹੁਣ ਕੀ ਇੱਥੇ ਲੜਾਈ ਕਿਵੇਂ ਜਿੱਤੀ ਗਈ? ਮੈਂ ਖੁਦ ਹੈਰਾਨ ਹੁੰਦਾ ਵੀ ਛੋਟੀ ਤੇ ਅਣਜਾਣ ਫੌਜ, ਦੂਜੇ ਪਾਸੇ ਵੱਡੀ ਤੇ ਟ੍ਰੇਨਡ ਫੌਜ, ਮੈਦਾਨ ਚੱਪੜ ਚਿੜੀ ਦਾ ਹੁਣ ਆਮੋ ਸਾਹਮਣੇ ਨੇ। ਵਜੀਦ ਖਾਨ ਦੀ ਫੌਜ ਦੇ ਵਿੱਚ ਘਾਟ ਕਾਹਦੀ ਸੀ? ਜਜ਼ਬੇ ਦੀ, ਕਿਉਂਕਿ ਉਹ ਤਨਖਾਹ ਲਈ ਲੜਨ ਵਾਲੇ ਬੰਦੇ ਆ। ਹਰ ਇੱਕ ਨੂੰ ਆਪਦੇ ਬੱਚੇ ਵੀ ਪਿੱਛੇ ਦਿਸਦੇ ਆ। ਪਰ ਸਮਰਾ ਸਾਹਿਬ, ਨਾਲ ਦੀ ਨਾਲ ਜਿਹੜੀਆਂ ਜੰਗਾਂ ਨੇ ਇਹ ਤੇ ਹਥਿਆਰਾਂ ਤੋਂ ਬਿਨਾਂ ਜਾਂ ਫੌਜ ਤੋਂ ਬਿਨਾਂ ਕਿੱਦਾਂ ਲੜੀਆਂ ਜਾਂਦੀਆਂ? ਬਿਲਕੁਲ ਜੀ, ਪਰ ਇਹ ਜਜ਼ਬੇ ਤੇ ਵਿਸ਼ਵਾਸ ਨਾਲ ਲੜੀਆਂ ਜਾਂਦੀਆਂ। ਨਾਲ ਇਹ ਵੀ ਗੱਲ ਜ਼ਰੂਰੀ ਆ, ਉਹੀ ਮੈਂ ਦੱਸ ਰਿਹਾ ਤੁਹਾਨੂੰ ਕਿ ਇੱਕ ਪਾਸੇ ਤਾਂ ਤਨਖਾਹੀਏ ਫੌਜ ਆ,
ਪਰ ਉਹਨਾਂ ਦੇ ਵਿੱਚ ਜਜ਼ਬਾ ਹੈ ਨਹੀਂ ਲੜਨ ਦਾ ਜੀ। ਪਰ ਜਿਹੜੇ ਦੂਜੇ ਪਾਸੇ ਆ ਉਹ ਪਿੰਡੂ ਕਿਸਾਨ ਗਰੀਬ ਲੋਕ ਨੇ, ਜੰਗ ਯੁੱਧ ਦੀ ਕੋਈ ਟ੍ਰੇਨਿੰਗ ਨਹੀਂ, ਪਰ ਉਹਨਾਂ ਦੇ ਦੋ ਚੀਜ਼ਾਂ ਸੀ। ਇੱਕ ਤਾਂ ਸਰੀਰ ਸਡੌਲ ਸੀਗੇ, ਮੋਸਟਲੀ ਕਿਸਾਨੀ ਲੋਕ ਸੀ ਜਾਂ ਮਜ਼ਦੂਰ ਲੋਕ ਸੀਗੇ ਜਿਹੜੇ ਕਿ ਜਿਨ੍ਹਾਂ ਨੇ ਦੁੱਖ ਭੁੱਖ ਜਰੇ ਹੋਏ ਸੀ। ਇੱਕ ਪਾਸੇ ਕਿਸੇ ਉਸ ਸਲਤਨਤ ਦੀ ਫੌਜ ਆ ਜਿਨ੍ਹਾਂ ਨੂੰ ਸੁੱਖ ਸਹੂਲਤਾਂ ਨੇ, ਲੋਕਾਂ ਨੂੰ ਦੁਖੀ ਕਰਦੇ ਆ, ਆਪਣੀ ਜੌਬ ਕਰ ਰਹੇ ਨੇ ਬੇਸਿਕਲੀ। ਹੁਣ ਕੀ ਹੈ ਵੀ ਇੱਕ ਪਾਸੇ ਗੁਰੂ ਦੇ ਨਾਂ ਤੇ ਮਰ ਮਿਟਣ ਵਾਲੇ ਲੋਕ ਨੇ ਜੀ, ਤੇ ਦੂਜੇ ਪਾਸੇ ਕਿਉਂਕਿ ਮੁਗਲਾਂ ਨੇ ਹਮੇਸ਼ਾ ਜਦੋਂ ਲੜਾਈ ਹੁੰਦੀ ਸੀ ਕੋਈ ਵੀ, ਤਾਂ ਉਹ ਜਹਾਦ ਦੇ ਨਾਂ ਤੇ ਕਰਦੇ ਸੀ ਕਿ ਧਰਮ ਨੂੰ ਖਤਰਾ ਆ ਕੇ ਪੈ ਗਿਆ। ਗੱਲ ਹੁਣ ਧਰਮ ਦੀ ਹੋ ਗਈ। ਅੱਛਾ। ਕਿਉਂਕਿ ਜਦੋਂ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਹੋਈਆਂ ਉਦੋਂ ਵੀ ਧਾਰਮਿਕ ਕਾਜੀ ਦੇ ਹੱਥੋਂ ਹੀ ਕਰਾਈਆਂ, ਕਾਜੀ ਤੋਂ ਫਤਵਾ ਲਿਆ। ਹੁਣ ਵੀ ਉਹ ਕਹਿੰਦੇ ਕਿ ਧਰਮ ਨੂੰ ਖਤਰਾ। ਮਤਲਬ ਭਾਵੇਂ ਪਾਪ ਕਰਨਾ ਭਾਵੇਂ ਨਿਆਂ ਕਰਨਾ, ਪਰ ਕਰਨਾ ਇੱਕ ਸਿਸਟਮੈਟਿਕ ਤਰੀਕੇ ਦੇ ਨਾਲ। ਬਿਲਕੁਲ ਬਿਲਕੁਲ ਜੀ, ਠੀਕ ਆ। ਦੂਜੇ ਪਾਸੇ ਸਿੱਖ ਕਾਹਦੇ ਲਈ ਲੜ ਰਹੇ ਆ? ਇੱਕ ਤਾਂ ਪਹਿਲੀ ਗੱਲ ਆ ਕਿ ਉਹ ਧਰਮ ਦੀ ਪਰਪੱਕਤਾ ਉਹਨਾਂ ਦੇ ਵਿੱਚ, ਕਿ ਸਾਡੇ ਗੁਰੂ ਦੇ ਸਾਹਿਬਜ਼ਾਦਿਆਂ ਦੇ ਨਾਲ ਆ ਧੱਕੇ ਹੋਏ, ਸਿੱਖਾਂ ਨਾਲ ਧੱਕੇ ਹੋਏ, ਅੱਜ ਸਾਡਾ ਸਮਾਂ ਬਣਿਆ, ਅਸੀਂ ਉਹਨਾਂ ਦਾ ਬਦਲਾ ਲੈਣਾ ਜੀ। ਕੁਦਰਤੀ ਤੌਰ 'ਤੇ ਇਹ ਗੱਲ ਤਾਂ ਸੀਗੀ ਵਿੱਚ। ਦੂਜੀ ਗੱਲ ਸੀ ਕਿ ਮਨੁੱਖੀ ਆਜ਼ਾਦੀ ਲਈ ਲੜ ਰਿਹਾ ਕਿ ਇਹ ਲੋਕ, ਇਹ ਫੌਜਦਾਰ, ਇਹ ਜਗੀਰਦਾਰ, ਇਹ ਸਾਡਾ ਲਹੂ ਪੀਂਦੇ ਆ, ਇਹ ਜੋਕਾਂ ਨੇ, ਅਸੀਂ ਕਮਾਈ ਕਰਦੇ ਆ, ਇਹ ਪਲ ਰਹੇ ਨੇ, ਇਹਨਾਂ ਤੋਂ ਅਸੀਂ ਖਹਿੜਾ ਛਡਾਉਣਾ। ਤੀਜੀ ਸੀਗੀ ਇਨਸਾਫ ਦੀ ਲੜਾਈ ਕਿ ਬੇਇਨਸਾਫੀ ਹੋਈ ਆ ਸਰਹੰਦ ਦੇ ਵਿੱਚ, ਇਸ ਗੱਲ ਦੀ ਲੜਾਈ ਸੀਗੀ ਇਹ ਲੋਕਾਂ ਦੀ ਜੀ। ਤੇ ਸਰਹੰਦ ਤੋਂ 20-25 ਕਿਲੋਮੀਟਰ ਦੂਰ ਹੈ ਚੱਪੜਚਿੜੀ ਦਾ ਮੈਦਾਨ ਹੈ ਜਿਹੜਾ, ਜਿੱਥੇ ਲੜਾਈ ਹੋਈ ਆ 17 ਮਈ 1710 ਦੇ ਵਿੱਚ। ਠੀਕ ਹੈ ਜੀ। ਇਤਿਹਾਸ ਦੀ ਜੇ ਸਹੀ ਤਰੀਕ ਲਿਖੀ ਜਾਵੇ, ਸਵੇਰੇ ਜੰਗ ਆਰੰਭ ਹੁੰਦੀ ਆ। ਤੇ ਜਿਵੇਂ ਆਪਾਂ ਗੱਲ ਕਰਦੇ ਕਿ ਸੱਜੇ ਪਾਸੇ ਸ਼ੇਰ ਮੁਹੰਮਦ ਖਾਨ, ਖੱਬੇ ਪਾਸੇ ਖਵਾਜਾ ਅਲੀ ਮਰੇਕੋਲਡਾ, ਵਜੀਦ ਖਾਨ ਦੀ ਫੌਜ ਆ, ਤੇ ਨਾਲ ਸੁੱਚਾ ਨੰਦ ਦੀਆਂ ਫੌਜਾਂ ਨੇ, ਤੇ ਦੂਜੇ ਪਾਸੇ ਖਾਲਸਾ ਫੌਜ ਦੇ ਵਿੱਚੋਂ ਭਾਈ ਬਾਜ ਸਿੰਘ ਦੀ ਫੌਜ ਆ, ਇੱਕ ਪਾਸੇ ਭਾਈ ਫਤਿਹ ਸਿੰਘ, ਬਾਬਾ ਬਨੋਦ ਸਿੰਘ ਦੀਆਂ ਫੌਜਾਂ ਨੇ। ਆਮਣੋ ਸਾਹਮਣੇ ਹੁਣ ਡਟ ਗਈਆਂ ਨੇ ਫੌਜਾਂ ਜੀ। ਠੀਕ ਹੈ ਜੀ। ਹੁਣ ਇੱਥੇ ਬਾਬਾ ਜੀ ਉੱਚੇ ਟਿੱਬੇ ਤੇ ਬੈਠੇ ਆਪ ਜਾਇਜ਼ਾ ਲੈ ਰਹੇ ਆ ਸਾਰੇ ਕਾਸੇ ਦਾ। ਜਦੋਂ ਪਹਿਲਾ ਹਮਲਾ ਕੀਤਾ ਤੋਪਾਂ ਨਾਲ ਤਾਂ ਸਿੰਘਾਂ ਦੇ ਪੈਰ ਉਖੜ ਗਏ, ਕਿਉਂਕਿ ਉਹਨਾਂ ਦੀ ਟ੍ਰੇਨਡ ਫੌਜ ਆ, ਇੱਕ ਪਾਸੇ ਅਨਟ੍ਰੇਨਡ ਫੌਜ ਆ, ਉਹਨਾਂ ਕੋਲ ਵੱਡੇ ਹਥਿਆਰ ਨੇ, ਇਹਨਾਂ ਕੋਲ ਹਥਿਆਰ ਵੀ ਓਡੇ ਵਧੀਆ ਨਹੀਂ ਸੀਗੇ। ਤਾਂ ਬਾਬਾ ਜੀ ਦੇਖਦੇ ਆ ਕਿ ਫੌਜ ਹਿੱਲ ਗਈ ਆ ਪੈਰਾਂ ਤੋਂ। ਜਦੋਂ ਪਹਿਲੇ ਹੱਲੇ 'ਚ ਹੀ ਨੁਕਸਾਨ ਹੋ ਜੇ ਸਮਰਾ ਸਾਹਿਬ ਕਿਸੇ ਵੀ, ਜਦੋਂ ਅਸੀਂ ਦੇਖਿਆ ਉਹ ਪੂਰਾ ਨਹੀਂ ਹੁੰਦਾ। ਉਸ ਤੋਂ ਬਾਅਦ ਬਾਬਾ ਜੀ ਤੇ ਬਾਬਾ ਬੰਦਾ ਸਿੰਘ ਬਹਾਦਰ ਹੋਣੀ ਉਹ ਤੇ ਬਿਲਕੁਲ ਅਡੋਲ ਰਹੇ ਹੋਣਗੇ, ਪਰ ਫੌਜ 'ਚ ਕਿਤੇ ਨਾ ਕਿਤੇ ਉਹ ਇੱਕ ਅਸਥਿਰਤਾ ਆ ਜਾਂਦੀ ਆ ਕਿ ਹੁਣ ਕੀ ਕਰੀਏ, ਸਾਰਾ ਕੁਝ ਹਿੱਲ ਜਾਂਦਾ, ਪਲੈਨਿੰਗ ਤੋਂ ਬਾਹਰ ਹੋ ਜਾਂਦਾ। ਬਿਲਕੁਲ ਜੀ। ਹੁਣ ਉੱਥੇ ਸਿੰਘ ਘਬਰਾਏ, ਬਾਬਾ ਬਾਜ ਸਿੰਘ ਨੇ ਆ ਕੇ ਕਿਹਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿ ਤੁਸੀਂ ਮੈਦਾਨ 'ਚ ਆਓ ਜੀ, ਕਿ ਨਹੀਂ ਫੌਜਾਂ ਦੇ ਹੌਸਲੇ ਜਿਹੜੇ ਉਹ ਅਸਤ ਹੋਣ ਲੱਗੇ। ਉਹ ਕਹਿੰਦੇ ਕੋਈ ਗੱਲ ਨਹੀਂ, ਤੁਸੀਂ ਬਾਜ ਅੱਖ ਰੱਖੋ ਸਾਰੇ ਪਾਸੇ, ਵੇਖੋ ਹੁੰਦਾ ਕੀ ਆ। ਸਭ ਤੋਂ ਪਹਿਲੀ ਗੱਲ ਹੋਈ ਕਿ ਜਿਹੜਾ ਸੁੱਚਾ ਨੰਦ ਦਾ ਭਤੀਜਾ ਸੀ ਜੀ, ਉਹ ਭੱਜ ਨਿਕਲਿਆ ਤੇ ਨਾਲ ਰੌਲਾ ਪਤਾ ਭੱਜ ਲਓ ਜਾਨ ਬਚਾ ਲਓ, ਹੁਣ ਵਜੀਦ ਖਾਨ ਨਹੀਂ ਕਿਸੇ ਨੂੰ ਛੱਡਦਾ। ਉਹਦਾ ਸਿਰਫ ਇੱਕ ਇਹ ਸੀ ਕਿ ਜਦੋਂ ਅਸੀਂ ਭੱਜ ਗਏ ਸਾਨੂੰ ਦੇਖਾ ਦੇਖੀ ਹੋਰਾਂ ਨੇ ਵੀ ਭੱਜ ਲੈਣਾ, ਉਹਨਾਂ ਦੂਜਿਆਂ ਦੇ ਹੌਸਲੇ ਟੁੱਟ ਜਾਣੇ ਆ ਜੀ। ਸੋ ਉਹ ਜਦੋਂ ਭੱਜਣ ਲੱਗਿਆ, ਕੋਲੇ ਬਾਬਾ ਫਤਿਹ ਸਿੰਘ ਤੇ ਜਿਹੜੇ ਸੀਗੇ ਬਾਬਾ ਬਾਜ ਸਿੰਘ, ਉਹ ਨੇੜੇ ਲੜਾਈ ਕਰਦੇ ਸੀ, ਉਹਨਾਂ ਨੇ ਉਹਨੂੰ ਉੱਥੇ ਝਟਕਾਤਾ। ਅੱਛਾ। ਉਹਦੇ ਸੁੱਚਾ ਨੰਦ ਦੇ ਭਤੀਜੇ ਨੂੰ। ਅੱਛਾ, ਉਹ ਭੱਜਣ ਤੋਂ ਪਹਿਲਾਂ ਹੀ ਝਟਕਾਇਆ ਗਿਆ, ਮਤਲਬ ਭੱਜਣ ਲੱਗਿਆ ਸੀ ਪਰ ਭੱਜਣ ਦਿੱਤਾ ਨਹੀਂ। ਠੀਕ ਹੈ। ਉਹਦੀ ਫੌਜ ਭੱਜ ਗਈ। ਅੱਛਾ। ਸਿੰਘਾਂ ਦੇ ਵਿੱਚ ਹਲਚਲ ਮੱਚ ਗਈ ਕਿ ਇੱਕ ਹਿੱਸਾ ਫੌਜ ਦਾ ਭੱਜ ਗਿਆ, ਕਿਉਂਕਿ ਲੜਾਈ ਦੇ ਵਿੱਚ ਤੁਸੀਂ ਕਿਸੇ ਨੂੰ ਦੱਸਣ ਨਹੀਂ ਜਾ ਸਕਦੇ, ਸਾਰਾ ਕੁਝ ਤੁਹਾਡੀ ਸੋਚ ਤੇ ਆਧਾਰ ਕਰਦਾ ਹੁੰਦਾ ਜੀ। ਬਿਲਕੁਲ। ਫਿਰ ਫੌਜ 'ਚ ਜਿਹੜੀ ਇੱਕ ਬੇਚੈਨੀ ਵੀ ਆਈ ਹੋਊ ਕਿ ਸਾਡਾ ਇੱਕ ਹਿੱਸਾ ਜਿਹੜਾ ਹੁਣ ਉਹ ਫੌਜ ਦਾ, ਕਿਉਂਕਿ ਹਿੱਸਾ ਉਦੋਂ ਤੱਕ ਬਣ ਚੁੱਕਿਆ ਸੀ। ਅੱਗੇ ਫਿਰ ਕੀ ਹੋਇਆ ਜੀ? ਇੱਥੇ ਜੀ ਇਤਿਹਾਸਕਾਰਾਂ ਨੇ ਲਿਖਿਆ ਕਿ ਜਿਹੜੇ 5 ਤੀਰ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਖਸ਼ੇ ਸੀ ਜੀ, ਉਹ ਬਾਬਾ ਜੀ ਸੰਭਾਲੇ ਹੋਏ ਸੀਗੇ। ਅੱਛਾ। ਤਾਂ ਜਦੋਂ ਬਾਬਾ ਬਾਜ ਸਿੰਘ ਨੇ ਫਿਰ ਦੁਬਾਰਾ ਜਾ ਕੇ ਟਿੱਬੇ ਤੇ ਬੇਨਤੀ ਕੀਤੀ ਕਿ ਬਾਬਾ ਜੀ ਹੁਣ ਸਮਾਂ ਆ ਗਿਆ, ਫੌਜ ਬਿਲਕੁਲ ਹਿੱਲ ਚੁੱਕੀ ਆ, ਕੁਛ ਕਰੋ। ਤਾਂ ਉਹਨਾਂ ਨੇ, ਹੁਣ ਇੱਥੇ ਦੋ ਗੱਲਾਂ ਨੇ ਜੀ, ਕੁਛ ਲੋਕੀ ਅੱਜ ਦੇ ਵਿਦਵਾਨ ਇਸ ਗੱਲ ਨੂੰ ਨਹੀਂ ਵੀ ਮੰਨਦੇ ਹੋਣਗੇ, ਹੈ ਨਾ, ਕਿ ਕੋਈ ਐਸੀਆਂ ਗੈਬੀ ਸ਼ਕਤੀਆਂ ਵੀ ਹੁੰਦੀਆਂ ਨੇ। ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਉਹ ਕਹਿੰਦੇ ਜੀ ਟਿੱਬੇ ਤੋਂ ਖੜ ਕੇ ਜਿਹੜੇ ਤੀਰ ਚਲਾਏ, ਉਹਨਾਂ ਨੇ ਐਸੀ ਹਨੇਰੀ ਫੈਲਾਤੀ
ਮਤਲਬ ਸੈਂਕੜਿਆਂ ਦੇ ਵਿੱਚ, ਹਜ਼ਾਰਾਂ ਦੇ ਵਿੱਚ ਫੌਜ ਦਾ ਨੁਕਸਾਨ ਹੋਇਆ। ਭਾਈਜਾਨ ਨੂੰ ਰਾਹ ਨਹੀਂ ਸੀ ਲੱਭ ਰਿਹਾ ਕਿਸੇ ਨੂੰ। ਅੱਛਾ। ਤੇ ਜਿਹੜੇ ਪੁਰਾਣੇ ਇਤਿਹਾਸਕਾਰ ਸੀ ਉਹ ਲਿਖਦੇ ਆ ਕਿ ਗੁਰੂ ਗੋਬਿੰਦ ਸਿੰਘ ਦੇ ਬਖਸ਼ੇ ਤੀਰਾਂ 'ਚ ਇੱਕ ਤੀਰ ਚਲਾਇਆ ਤੇ ਉਹਦੇ ਵਿੱਚ ਗੁਰੂ ਸਾਹਿਬ ਦੀਆਂ ਬਰਕਤਾਂ ਸੀ ਕਿ ਫੌਜ ਦਾ ਬਹੁਤ ਵੱਡਾ ਨੁਕਸਾਨ ਹੋਇਆ। ਹੁਣ ਇੱਕ ਇੱਥੇ ਗੱਲ ਇੰਪੋਰਟੈਂਟ ਮੈਂ ਜ਼ਰੂਰ ਨਾਲ ਕਰਨੀ ਚਾਹੁੰਦਾ ਕਿ ਸਿੱਖਾਂ ਨੇ ਕਿਸੇ ਲੜਾਈ ਦੇ ਵਿੱਚ, ਡਾਕਟਰ ਉਦੋਕੇ ਨੇ ਇਹ ਗੱਲ ਇੱਕ ਲਿਆਂਦੀ ਹੈ ਸਾਹਮਣੇ ਕਿ ਹਾਥੀਆਂ ਦੀ ਵਰਤੋਂ ਨਹੀਂ ਕੀਤੀ। ਅੱਛਾ। ਹਾਥੀ ਭਾਵੇਂ ਗੁਰੂ ਸਾਹਿਬ ਕੋਲੇ ਸੀਗੇ, ਪ੍ਰਸਾਦੀ ਹਾਥੀ ਸੀ, ਪਰ ਲੜਾਈ ਲਈ ਨਹੀਂ ਵਰਤਦੇ ਸੀ ਜੀ, ਕਿਉਂਕਿ ਤੋਪਾਂ ਦੀ ਆਵਾਜ਼ ਨਾਲ ਹਾਥੀ ਡਰ ਜਾਂਦੇ ਆ ਤੇ ਭੱਜ ਜਾਂਦੇ ਆ। ਜਦੋਂ ਤੋਂ ਤੋਪਾਂ ਹੋਂਦ ਚ ਆਈਆਂ ਨੇ ਜੀ, ਉਦੋਂ ਤੋਂ ਹਾਥੀਆਂ ਨਾਲ ਲੜਾਈ ਆ ਜਿਹੜੀ ਉਹ ਬੇਕਾਰ ਹੋ ਗਈ। ਠੀਕ ਹੈ। ਸੋ ਇਹਨਾਂ ਕੋਲ ਹਾਥੀ ਹੈ ਨਹੀਂ ਸੀ, ਬੰਦਾ ਸਿੰਘ ਬਹਾਦਰ ਕੋਲੇ ਹਾਥੀ ਨਹੀਂ ਵਰਤੇ ਇਹਨਾਂ ਨੇ। ਤਾਂ ਹੁਣ ਲੜਾਈ ਗੁੱਥਮ ਗੁੱਥਾ ਹੋ ਗਈ, ਜਿਹਨੂੰ ਆਪਾਂ ਕਹਿੰਦੇ 1 to 1 ਜੀ। ਤਾਂ ਵਜੀਦ ਖਾਂ ਖੁਦ ਲੜ ਰਿਹਾ, ਉਹਨੇ ਬਾਜ ਸਿੰਘ ਨਾਲ ਉਹਦਾ ਸਿੱਧੀ ਲੜਾਈ ਹੋ ਰਹੀ ਆ। ਅੱਛਾ। ਬਾਬਾ ਬਾਜ ਸਿੰਘ ਆਪਣੇ ਘੋੜੇ ਨੂੰ ਹਾਥੀ ਦੇ ਬਰਾਬਰ ਲਾ ਕੇ 2-3 ਹਮਲੇ ਵਜੀਦ ਖਾਨ ਤੇ ਕਰ ਚੁੱਕਿਆ। ਅੱਛਾ। ਤੇ ਉਧਰੋਂ ਵਜੀਦ ਖਾਨ ਨੇ ਵੀ ਕੀਤੇ ਆ। ਅਖੀਰ ਉਹਨੇ ਗੁੱਸੇ 'ਚ ਆ ਕੇ ਵਜੀਦ ਖਾਨ ਨੇ ਇੱਕ ਤੀਰ ਕੱਢਿਆ ਤੇ ਉਹਨੇ ਬਾਬਾ ਬਾਜ ਸਿੰਘ ਦੇ ਉਹ ਤੀਰ ਮਾਰਿਆ, ਉਹਨਾਂ ਦੀ ਬਾਂਹ ਵਿੱਚ ਦੀ ਲੰਘ ਗਿਆ। ਅੱਛਾ। ਤੇ ਉਹ ਡਿੱਗ ਗਏ, ਆਪਣੇ ਘੋੜੇ ਤੋਂ ਥੱਲੇ ਡਿੱਗ ਗਏ। ਤੇ ਕੋਲੇ ਹੀ ਫਤਿਹ ਸਿੰਘ ਜਿਹੜੇ ਸੀਗੇ ਉਹ ਵੀ, ਉਹਨਾਂ ਦੀ ਨਿਗਾਹ ਪੈ ਗਿਆ ਕਿ ਬਾਜ ਸਿੰਘ ਥੱਲੇ ਡਿੱਗ ਗਿਆ। ਤਾਂ ਉਹਨਾਂ ਨੇ ਫੁਰਤੀ ਨੇ ਆਪਣਾ ਘੋੜਾ ਦੜਾਇਆ ਤੇ ਵਜੀਦ ਖਾਨ ਨੂੰ ਲਲਕਾਰਿਆ। ਤਾਂ ਉਹ ਕਹਿੰਦੇ ਵੀ ਇੱਕ ਤਾਂ ਫਤਿਹ ਸਿੰਘ ਉਹ ਸੀ ਜਿਹਨੂੰ ਕੰਧ 'ਚ ਚਿਣਿਆ ਸੀ, ਮੈਂ ਤਾਂ ਉਹਦੇ ਚਰਨਾਂ ਦੀ ਧੂੜ ਦਾ ਇੱਕ ਕਿਣਕਾ ਵੀ ਨਹੀਂ, ਪਰ ਅੱਜ ਤੇਰਾ ਬਾਹ ਫੇਰ ਦੁਬਾਰਾ ਇੱਕ ਫਤਿਹ ਸਿੰਘ ਨਾਲ ਪੈ ਗਿਆ। ਤਾਂ ਫਤਿਹ ਸਿੰਘ ਨੇ ਲਲਕਾਰ ਕੇ ਇੱਕ ਐਸਾ ਕਿਰਪਾਨ ਦਾ ਵਾਰ ਕੀਤਾ ਕਿ ਵਜੀਦ ਖਾਨ ਦੀ ਬਾਂਹ ਵੱਢੀ ਗਈ। ਅੱਛਾ। ਤੇ ਉਹ ਥੱਲੇ ਡਿੱਗ ਗਿਆ। ਜਦੋਂ ਜਰਨੈਲ ਫੌਜ ਦਾ ਡਿੱਗ ਜਾਵੇ ਫਿਰ ਫੌਜਾਂ ਨਹੀਂ ਖੜ੍ਹਦੀਆਂ, ਤਾਂ ਫੌਜਾਂ ਦੇ ਵਿੱਚ ਭਗਦੜ ਮੱਚ ਗਈ। ਸੁੱਚਾਨੰਦ ਵੀ ਭੱਜ ਗਿਆ। ਅੱਛਾ। ਫੌਜ ਭੱਜ ਗਈ, ਵਜੀਦ ਖਾਂ ਫੜਿਆ ਗਿਆ। ਹੁਣ ਵਜੀਦ ਖਾਂ ਤੇ ਫਿਰ ਸਾਰੇ ਸਿੱਖਾਂ ਨੂੰ ਗੁੱਸਾ ਸੀ, ਨਾਲ ਦੇ ਸਾਰੇ ਭੱਜ ਗਏ ਵਜੀਦ ਖਾਂ ਦੇ। ਬਿਲਕੁਲ ਜੀ, ਕਿਉਂਕਿ ਫੌਜ ਨੂੰ ਹੁੰਦਾ ਕਿ ਮਾਰਿਆ ਗਿਆ। ਅੱਛਾ। ਸਾਡਾ ਜਰਨੈਲ ਸੀ ਜਿਹੜਾ ਉਹ ਤਾਂ ਹੁਣ ਉਹਨਾਂ ਦੇ ਕਬਜ਼ੇ 'ਚ ਆ ਗਿਆ, ਹੁਣ ਤਾਂ ਕੁੱਟ ਖਾਣ ਦਾ ਹੀ ਬਾਕੀ ਰਹਿ ਗਿਆ। ਜੀ ਜੀ। ਪਰ ਨਾਲ ਦੀ ਨਾਲ ਦੋ ਗੱਲਾਂ ਇੱਥੇ ਕਿ ਸ਼ੇਰ ਮੁਹੰਮਦ ਖਾਂ ਮਰੇਕੋਲ ਇਸ ਲੜਾਈ 'ਚ ਮਾਰਿਆ ਗਿਆ, ਜਿਹਨੇ ਹਾਂ ਦਾ ਨਾਰਾ ਮਾਰਿਆ ਸੀ। ਠੀਕ ਹੈ ਜੀ। ਤੇ ਉਹਦੇ ਦੋ ਭਤੀਜੇ ਅਲੀ ਖਾਂ ਤੇ ਮੁਹੰਮਦ ਬਖਸ਼ ਵੀ ਇਸ ਲੜਾਈ 'ਚ ਮਾਰੇ ਗਏ। ਠੀਕ ਹੈ। ਤੇ ਵਜੀਦ ਖਾਂ ਹੁਣ ਅੱਧ ਮਰਿਆ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਦੇ ਕਬਜ਼ੇ 'ਚ। ਤਾਂ ਪਹਿਲਾਂ ਤਾਂ ਸਿੰਘਾਂ ਨੇ ਜੋ ਉਹਦੇ ਨਾਲ ਹੋ ਸਕਦੀ ਸੀ ਉਹ ਕੀਤੀ। ਉਹਨੂੰ ਕਈ ਇਤਿਹਾਸਕਾਰਾਂ ਨੇ ਲਿਖਿਆ ਕਿ ਅੱਗ ਵੀ ਲਾਤੀ ਪੁੱਠਾ ਲਟਕਾ ਕੇ, ਕਿਉਂਕਿ ਮੁਸਲਮਾਨਾਂ ਦੇ ਵਿੱਚ ਇਹ ਇੱਕ ਗੱਲ ਆ ਕਿ ਜੇ ਕੋਈ ਬੰਦਾ ਅੱਗ 'ਚ ਸੜ ਕੇ ਮਰ ਜਾਵੇ ਤਾਂ ਉਹਦੀ ਗਤੀ ਨਹੀਂ ਹੁੰਦੀ, ਉਹਨੂੰ ਬਹਿਸ਼ਤ ਦੇ ਵਿੱਚ ਥਾਂ ਨਹੀਂ ਮਿਲਦੀ। ਅੱਛਾ। ਤੇ ਇਸ ਕਰਕੇ ਉਹ ਕਬਰ ਪੁੱਟ ਕੇ ਦੱਬਦੇ ਆ ਮੁਰਦਿਆਂ ਨੂੰ ਜੀ। ਤੇ ਉਹਨਾਂ ਦੇ ਲਈ ਅੱਗ ਦੇ ਵਿੱਚ ਮਰਨਾ, ਜਿਹੜਾ ਸੜ ਕੇ ਮਰਨਾ, ਬਹੁਤ ਬੁਰੀ ਗੱਲ ਸਮਝੀ ਜਾਂਦੀ ਆ। ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਵਾਰੀ ਹਰੀ ਸਿੰਘ ਨਲੂਏ ਨੇ ਵੀ ਇਹ ਟ੍ਰਿਕ ਵਰਤਿਆ ਲੜਾਈ ਦੇ ਵਿੱਚ ਜੀ, ਕਿ ਕੁਛ ਬੰਦਿਆਂ ਨੂੰ ਜਦੋਂ ਉਹਨੇ ਦੇਖਿਆ ਕਿ ਬਹੁਤ ਪਠਾਣਾਂ ਦਾ ਯੁੱਧ ਦੇ ਵਿੱਚ ਜ਼ੋਰ ਵੱਧ ਗਿਆ ਤਾਂ ਉਹਨੇ ਸਿੰਘਾਂ ਨੂੰ ਕਿਹਾ ਕਿ 5-7 ਨੂੰ ਫੜ ਲਿਓ। ਅੱਛਾ। ਇਹਨਾਂ ਨੂੰ ਛੱਡ ਦਿਓ, ਫੜ ਕੇ ਇੱਕ ਦਰਖਤਾਂ ਬੰਨ੍ਹ ਕੇ ਅੱਗ ਲਾ ਦਿਓ। ਅੱਛਾ। ਤਾਂ ਦੂਜੀ ਫੌਜ ਦੇ ਵਿੱਚ ਇੱਕ ਦਹਿਸ਼ਤ ਫੈਲ ਗਈ। ਉਹ ਕਹਿੰਦੇ ਮਰਨ ਤੋਂ ਨਹੀਂ ਡਰਦੇ, ਹਾਂ, ਪਰ ਐਂ ਪਤਤ ਹੋ ਕੇ ਨਹੀਂ ਮਰ ਹੋਣਾ ਸਾਤੋਂ। ਮਤਲਬ ਇਹ ਇੱਕ ਜੰਗ ਯੁੱਧ ਦਾ ਇਹ ਵੀ ਤਰੀਕਾ ਸੀ ਉਹਨਾਂ ਸਮਿਆਂ ਦੇ ਵਿੱਚ ਜੀ। ਸੋ ਹੁਣ ਵਜੀਦ ਖਾਂ ਅਰੈਸਟ ਕੀਤਾ ਹੋਇਆ, ਬਾਂਹ ਉਹਦੀ ਵੱਢੀ ਹੋਈ ਆ, ਖੂਨ ਵਹਿ ਰਿਹਾ, ਤੇ ਉਹਦੀ ਜਿੰਨਾ ਜੋ ਕੁਛ ਸਿੰਘ ਕਰ ਸਕਦੀ, ਕਿਉਂਕਿ ਗੁੱਸਾ ਵੀ ਸੀ ਸਾਰਿਆਂ ਦੇ ਵਿੱਚ ਇਸ ਗੱਲ ਦਾ, ਬਹੁਤ ਗੁੱਸਾ ਸੀ। ਤੇ ਜਦੋਂ ਅਸੀਂ ਇਤਿਹਾਸ 'ਚ ਨਿਗਾਹ ਮਾਰਦੇ ਹਾਂ ਜੀ, ਇਹ ਜਿਹੜੀ ਲੜਾਈ ਆ ਨਾ, ਇਹ ਸਭ ਤੋਂ ਮਤਲਬ ਵੱਧ ਤੇ ਘੱਟ ਫੌਜ ਵਾਲੀ ਐਸੀ ਲੜਾਈ ਆ। ਉੱਦਾਂ ਤਾਂ ਕਹਿੰਦੇ ਇਤਿਹਾਸਕਾਰਾਂ ਨੇ ਲਿਖਿਆ ਕਿ 5 ਲੜਾਈਆਂ ਦੁਨੀਆ ਦੇ ਵਿੱਚ, ਕੁੱਲ 6 ਲੜਾਈਆਂ ਹੋਈਆਂ ਨੇ ਜੀ, ਜਿਹੜੀਆਂ ਅਨਫੇਅਰ ਸੀਗੀਆਂ। ਅੱਛਾ। ਤੇ ਉਹਨਾਂ 'ਚੋਂ 5 ਸਿੱਖਾਂ ਨੇ ਲੜੀਆਂ ਨੇ, ਜਿੱਥੇ ਬਹੁਤ ਘੱਟ ਵਰਲਡ ਦੇ ਵਿੱਚੋਂ, ਮਤਲਬ ਜਿੱਥੇ ਗਿਣਤੀ ਦਾ, ਜਿਵੇਂ ਅਫਗਾਨਾਂ ਦੀ ਆਪਾਂ ਸਾਰਾਗੜੀ ਦਾ ਜ਼ਿਕਰ ਕਰਦੇ ਹਾਂ ਜੀ ਜੀ ਜੀ, ਕਿ ਉਹ ਸਿੱਖ 29 ਫੌਜੀਆਂ ਨੇ ਹਜ਼ਾਰਾਂ ਦੇ ਨਾਲ ਮੁਕਾਬਲਾ ਕੀਤਾ ਜੀ। ਬਿਲਕੁਲ ਉਵੇਂ ਦੀ ਇਹ ਲੜਾਈ ਸੀਗੀ। ਹੁਣ ਵਜੀਦ ਖਾਨ ਦੀ ਦੁਰਦਸ਼ਾ ਹੁੰਦੀ ਆ ਤੇ ਬਾਬਾ ਬੰਦਾ ਸਿੰਘ ਬਹਾਦਰ ਸਰਹੰਦ ਤੇ ਚੜ੍ਹਾਈ ਕਰ ਦਿੰਦੇ ਆ ਜੀ। ਹੁਣ ਫੌਜ ਕੁੱਟਦੇ ਮਾਰਦੇ ਸਰਹੰਦ 25 ਕਿਲੋਮੀਟਰ ਪਹੁੰਚਦੇ ਆ ਤਾਂ ਸੁੱਚਾਨੰਦ ਗਦਾਰ ਜਿਹੜਾ, ਉਹਨੇ ਅੰਦਰੋਂ ਤੋਪਾਂ ਵੀੜੀਆਂ ਹੋਈਆਂ ਸੀ। ਸਰਹੰਦ ਦੇ ਵਿੱਚ 8 ਬੁਰਜ ਸੀਗੇ ਜੀ ਆਲੇ ਦੁਆਲੇ।
ਅੱਛਾ ਕਿਲਾ ਬਣਾ ਕੇ ਕੰਧ ਕਰਕੇ ਉਹਦੇ 8 ਗੇਟ ਸੀ, ਉੱਥੇ ਵੱਡੇ ਬੁਰਜ ਸੀ ਜਿਹਦੇ ਵਿੱਚੋਂ ਠੰਡਾ ਬੁਰਜ ਵੀ ਇੱਕ ਸੀ। ਠੀਕ ਹੈ ਜੀ। ਤਾਂ ਉੱਥੇ ਉਹਨੇ ਤੋਪਾਂ ਵੀੜੀਆਂ ਹੋਈਆਂ ਨੇ, ਉੱਥੇ ਸਿੰਘਾਂ ਦਾ ਬਹੁਤ ਨੁਕਸਾਨ ਹੋਇਆ। ਠੀਕ ਹੈ। ਉਹ ਸਰਹੰਦ 'ਚ ਵੜ ਨਹੀਂ ਦੇ ਰਿਹਾ, ਅੰਦਰੋਂ ਸੁੱਚਾਨੰਦ ਕਮਾਂਡ ਕਰ ਰਿਹਾ। ਪਰ ਅਖੀਰ ਨੂੰ ਸਿੱਖਾਂ ਦਾ ਜੋਸ਼ ਤੇ ਬਾਬਾ ਬੰਦਾ ਸਿੰਘ ਦੀ ਕਮਾਂਡ ਇਹੋ ਜਿਹੀ ਸੀ ਕਿ ਉਹ ਘੇਰਾ ਟੁੱਟਿਆ ਤੇ ਸਿੰਘ ਆ ਜਿਹੜੇ ਸਰਹੰਦ ਦੇ ਵਿੱਚ ਇੰਟਰ ਹੋ ਗਏ ਜੀ। ਤੇ ਫਿਰ ਜਿਹੜੀ ਗੱਲ ਹੈਗੀ ਆਪਾਂ ਆਮ ਸੁਣਦੇ ਹਾਂ ਕਿ ਇੱਟ ਨਾ ਇੱਟ ਖੜਕਾਉਣ ਵਾਲੀ ਜੀ, ਉਹ ਸ਼ੁਰੂ ਹੁੰਦੀ ਹੈ ਜੀ। ਪਰ ਫਿਰ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਗੱਲ ਰੱਖੀ ਕਿ ਸਰਹੰਦ ਦੇ ਵਿੱਚ ਜਿੰਨੀਆਂ ਮਸੀਤਾਂ ਸੀ ਜੀ ਉਹਨਾਂ 'ਚੋਂ ਕੋਈ ਨਹੀਂ ਢਾਹੀ। ਅੱਛਾ, ਉਹ ਐਜ਼ ਇਟ ਇਜ਼ ਹੀ ਰੱਖੀਆਂ, ਉਵੇਂ ਰੱਖੀਆਂ ਨੇ, ਕਿਉਂਕਿ ਉੱਥੇ ਜਿਹੜੇ ਭਗਤ ਸਧਨਾ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੀ ਬਾਣੀ ਆ, ਸਧਨਾ ਕਸਾਈ ਕਹਿੰਦੇ ਸੀ ਪਹਿਲਾਂ ਉਹਨੂੰ। ਅੱਛਾ, ਉਹਦੀ ਵੀ ਇੱਕ ਯਾਦ ਦੇ ਵਿੱਚ ਮਸੀਤ ਬਣੀ ਹੋਈ ਆ। ਅੱਛਾ, ਉਹਨੂੰ ਕਹਿੰਦੀ ਸਧਨੇ ਕਸਾਈ ਦੀ ਮਸੀਤ ਆ, ਉਹ ਨਹੀਂ ਢਾਹੀ। ਤੇ ਹੋਰ ਕਿਉਂਕਿ ਮੁਸਲਮਾਨਾਂ ਦਾ ਰਾਜ ਸੀ, ਬਹੁਤ ਸਾਰੀਆਂ ਮਸੀਤਾਂ ਸੀ, ਉਹਨਾਂ ਦੇ ਬਹੁਤ ਸਾਰੀਆਂ ਦਰਗਾਹਾਂ ਬਣੀਆਂ ਹੋਈਆਂ ਸੀ, ਉਹਨਾਂ ਨੂੰ ਕਿਸੇ ਨੂੰ ਡੈਮੇਜ ਨਹੀਂ ਕੀਤਾ। ਉਹ ਕਹਿੰਦੇ ਸਾਡਾ ਕਿਸੇ ਧਰਮ ਨਾਲ ਕੋਈ ਰੌਲਾ ਨਹੀਂ, ਸਾਡਾ ਜਿਹੜਾ ਰੌਲਾ ਹੈਗਾ ਉਹ ਇਸ ਨਕੰਮੀ ਹਕੂਮਤ ਨਾਲ ਜੀ, ਇਹਨਾਂ ਨੂੰ ਅਸੀਂ ਬਖਸ਼ਣਾ ਨਹੀਂ ਜੀ ਜੀ। ਹੁਣ ਸੁੱਚਾਨੰਦ ਨੂੰ ਫੜ ਲਿਆ, ਠੀਕ ਆ, ਤੇ ਫੜ ਕੇ 2 ਬੰਦਿਆਂ ਦੇ ਨੱਕ 'ਚ ਨਕੀਲ ਪਾਈ ਗਿਆ ਸਿੱਖ ਹਿਸਟਰੀ ਦੇ ਵਿੱਚ ਜੀ। ਪਹਿਲਾਂ ਪਾਈ ਗਈ ਸੀਗੀ ਜੀ ਚੰਦੂ ਦੇ, ਜਿਹਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਾਇਆ ਸੀ ਜੀ। ਉਹਨੂੰ ਦਿੱਲੀੋਂ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਜਹਾਂਗੀਰ ਤੋਂ ਮੰਗ ਲਿਆ ਸੀ। ਅੱਛਾ, ਜਦੋਂ ਉੱਥੋਂ ਦੋਸਤੀ ਪੈ ਗਈ, ਗਵਾਲੀਅਰ ਦੇ ਕਿਲੇ 'ਚੋਂ ਬਾਹਰ ਆ ਗਏ, ਦਿੱਲੀ ਪਹੁੰਚ ਗਏ, ਇੱਕ ਮੁਹਿੰਮ 'ਤੇ ਵੀ ਨਾਲ ਗਏ ਗੁਰੂ ਸਾਹਿਬ ਜੀ। ਤਾਂ ਤੁਰਨ ਲੱਗੇ, ਉਹ ਕਹਿੰਦਾ ਮਹਾਰਾਜ ਮੈਂ ਤੁਹਾਡੀ ਕੀ ਖਿਦਮਤ ਕਰ ਸਕਦਾ। ਕਹਿੰਦੇ ਵੀ ਜੇ ਬਹੁਤਾ ਦਿਆਲ ਹੋਇਆ ਨਾ ਤੂੰ ਇੱਦਾਂ ਕਰ ਵੀ ਜਿਹੜਾ ਚੰਦੂ ਹੈ ਇਹ ਸਾਨੂੰ ਦੇਵੇ। ਅੱਛਾ, 6ਵੇਂ ਪਾਤਸ਼ਾਹ ਨੇ ਮੰਗਦੇ ਸੀ। ਹਾਂ, ਉਹ ਕਹਿੰਦਾ ਲੈ ਜਾਓ ਜੀ। ਅੱਛਾ, ਉਹਦੇ ਕਿਸ ਕੰਮ ਦਾ? ਉਹਦੇ ਕਿਸੇ ਕੰਮ ਦਾ ਹੋਣ। ਤਾਂ ਉਹਦੇ ਨੱਕ ਦੇ ਵਿੱਚ ਜਿਵੇਂ ਸੂਏ ਨਾਲ ਗਲੀ ਕੱਢ ਕੇ ਸਿੱਖਾਂ ਨੇ ਰੱਸਾ ਪਾ ਕੇ ਉਹਨੂੰ, ਜਿਵੇਂ ਆਪਾਂ ਕੁੱਤੇ ਨੂੰ ਬੰਨ੍ਹ ਲਈਦਾ ਜੀ, ਇਵੇਂ ਬੰਨ੍ਹ ਕੇ ਅੰਮ੍ਰਿਤਸਰ ਫਿਰ ਲਾਹੌਰ ਲੈ ਕੇ ਗਏ। ਲਾਹੌਰ ਦੀਆਂ ਗਲੀਆਂ ਦੇ ਵਿੱਚ 4 ਪੈਰਾਂ 'ਤੇ ਤੋਰਿਆ ਉਹਨੂੰ, ਥਾਂ ਥਾਂ ਉਹ ਭਟਕਦਾ, ਲੋਕੀ ਜੁੱਤੀਆਂ ਮਾਰਦੇ ਸੀ। ਉਹੀ ਹਾਲ ਇੱਥੇ ਚੰਦੂ ਦਾ ਹੋਇਆ। ਇਹਨੂੰ ਮਤਲਬ ਇਹਦੇ ਨੱਕ 'ਚ ਨਕੇਲ ਪਾ ਕੇ ਦਰ ਮੰਗਣ ਲਈ ਲੈ ਕੇ ਜਾਂਦੇ ਸੀ, ਤੇ ਲੋਕੀ ਕੋਈ ਇਹਨੂੰ ਮੰਗੀ ਪਹਿਨੀ ਤੱਕ ਨਹੀਂ ਸੀ ਦਿੰਦਾ। ਸੁੱਚਾਨੰਦ ਨੂੰ ਉੱਤੋਂ ਸੁੱਚਾਨੰਦ ਨੂੰ ਨਾਲ ਛਿੱਤਰ ਮਾਰਦੇ ਸੀ ਕਿ ਕਿਰਤਕਣ ਬੰਦਾ, ਇਹਨੇ ਛੋਟੇ ਛੋਟੇ ਸਾਹਿਬਜ਼ਾਦਿਆਂ ਤੇ ਆਹ ਜ਼ੁਲਮ ਕੀਤੇ ਸੀ ਜੀ। ਸੋ ਉਹ ਪਾਪੀਆਂ ਨੂੰ ਸਜ਼ਾਵਾਂ ਜਿਹੜੀਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਉੱਥੇ ਜਾ ਕੇ ਦਿੱਤੀਆਂ, ਤੇ ਕਰੀਬ 2 ਕਰੋੜ ਤੋਂ ਵੱਧ ਦੀ ਸ਼ਾਹੀ ਖਜ਼ਾਨੇ ਦੀ ਮਾਇਆ ਜਿਹੜੀ ਸੀ ਉੱਥੋਂ ਮਿਲ ਗਈ। ਉਸ ਵੇਲੇ 2 ਕਰੋੜ ਬਹੁਤ ਵੱਡੀ ਅਮਾਉਂਟ ਸੀ। ਅੱਜ ਦੇ ਸਮੇਂ ਬਹੁਤ ਵੱਡੀ ਅਮਾਉਂਟ ਆ ਜੀ ਉਸ ਸਮੇਂ ਦੇ ਵਿੱਚ, ਤੇ ਉਸ ਕਿੰਨੀ ਅਸੀਂ ਪੁਰਾਣੀ ਗੱਲ ਕਰਦੇ ਪਏ ਹਾਂ। ਸੋ ਇੱਕ ਵੱਡਾ ਇਹ ਰਾਜ ਜਿਹੜਾ ਸਥਾਪਿਤ ਅਖੀਰ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਨੇ ਕੀਤਾ, ਜਿਹੜਾ ਪਹਿਲਾ ਸੀ ਜਿਹਨੂੰ ਸਿੱਖ ਰਾਜ ਵੀ ਕਹਿ ਸਕਦੇ ਹਾਂ। ਬਿਲਕੁਲ ਜੀ, ਇਹ ਸਤਲੁਜ ਤੋਂ ਜਮਨਾ ਤੱਕ ਦਾ ਏਰੀਆ, ਸਤਲੁਜ ਤੋਂ ਜਮਨਾ ਤੱਕ ਦਾ ਏਰੀਆ ਦਾ ਪਹਿਲਾ ਸਿੱਖ ਰਾਜ। ਉਸ ਤੋਂ ਬਾਅਦ ਜਿਹੜਾ ਮਹਾਰਾਜਾ ਰਣਜੀਤ ਸਿੰਘ ਹੋਣਾ ਨੇ ਸਥਾਪਿਤ ਕੀਤਾ। ਸੋ ਇਹ ਸਮਰਾ ਸਾਹਿਬ ਇੱਕ ਸਾਰੇ ਕੁਝ ਤੋਂ ਜੋ ਬਾਬਾ ਬੰਦਾ ਸਿੰਘ ਬਹਾਦਰ ਜਿੱਥੋਂ ਇੰਸਪੀਰੇਸ਼ਨ ਲੈ ਕੇ ਚੱਲੇ ਸੀਗੇ ਜਿਸ ਮਕਸਦ ਦੇ ਨਾਲ, ਉਹ ਆਖਿਰਕਾਰ ਪੂਰਾ ਹੋਇਆ। ਬਿਲਕੁਲ। ਤੇ ਆਪਾਂ ਬਿਲਕੁਲ ਕਹਿ ਸਕਦੇ ਕਿ ਨੇਕੀ ਨੇ ਜਿਹੜਾ ਬਦੀ ਦੇ ਉੱਤੇ ਜਿਹੜੀ ਉਹ ਜਿੱਤ ਪ੍ਰਾਪਤ ਕੀਤੀ, ਉੱਥੇ ਜਾ ਕੇ ਝੰਡਾ ਖਾਲਸੇ ਦਾ ਪਹਿਲਾਂ ਉੱਥੇ ਚੜਿਆ, ਸਰਹੰਦ ਜਿਹੜੀ ਫਤਿਹ ਕੀਤੀ। ਸੋ ਸਮਰਾ ਸਾਹਿਬ ਇਹ ਸਾਰੇ ਕੁਝ ਬਾਰੇ ਇਤਿਹਾਸ ਤੋਂ ਜਾਣੂ ਕਰਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਬਹੁਤ ਸ਼ੁਕਰੀਆ, ਧੰਨਵਾਦ। ਅੱਜ ਦਾ ਸਮਾਂ ਸਮਾਪਤ ਆ ਜੀ, ਫਿਰ ਅਗਲੇ ਪ੍ਰੋਗਰਾਮ 'ਚ ਗੱਲਬਾਤ ਜ਼ਰੂਰ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਜੀ। ਅੱਜ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਨੇ ਅੱਜ ਜਿਹੜੀ ਸਰਹੰਦ ਫਤਿਹ ਕੀਤੀ, ਉੱਥੋਂ ਤੱਕ ਦਾ ਪ੍ਰੋਗਰਾਮ ਅਸੀਂ ਅੱਜ ਤੁਹਾਡੇ ਸਾਹਮਣੇ ਪੇਸ਼ ਕੀਤਾ ਜੀ। ਅਗਲੇ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਫਿਰ ਹਾਜ਼ਰੀ ਭਰਾਂਗੇ। ਕੁਝ ਸਿੱਖੀ ਨਾਲ ਰਿਲੇਟਡ, ਕੁਝ ਸਿੱਖਾਂ ਦੀਆਂ ਗੱਲਾਂ ਜਾਂ ਕੋਈ ਪੁਰਾਣੇ ਇਤਿਹਾਸ ਤੋਂ ਜਿੰਨਾ ਕੋਸ਼ਿਸ਼ ਕਰੀਏ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜਾਣੂ ਕਰਵਾ ਸਕਾਂਗੇ। ਸਮਰਾ ਸਾਹਿਬ ਕੋਲੋਂ ਇਤਿਹਾਸ ਨਾਲੇ ਖੁਦ ਸੁਣਾਂਗੇ, ਨਾਲੇ ਤੁਹਾਡੇ ਤੱਕ ਲੈ ਕੇ ਆਵਾਂਗਾ ਜੀ। ਸੋ ਮੈਨੂੰ ਜੋਗਰਾਜ ਸਿੰਘ ਕਾਲੋਂ ਤੇ ਮੇਰੇ ਨਾਲ ਮਨਮੋਹਨ ਸਿੰਘ ਸਮਰਾ ਜੀ ਨੂੰ ਇੱਥੋਂ ਦੇ ਇਜਾਜ਼ਤ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।